ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਨੂੰ ਭਲੀ ਭਾਂਤ ਪ੍ਰਕਾਰ ਪਤਾ ਹੈ ਜੋ ਕਿ ਗ੍ਰੀਸ ਦੇ ਵਿੱਚ ਮਾਰਾਥੋਨਾਂ ਦੇ ਵਿੱਚ ਜੋ ਕੱਲ ਜੋ ਦਿਨ ਬੀਤ ਚੁੱਕਿਆ ਹੈ, 3:30 ਵਜੇ ਗੁਰੂ ਘਰ ਦੇ ਵਿੱਚ ਗੁਰਦੁਆਰਾ ਸਾਹਿਬ ਸ਼੍ਰੀ ਜਸਮੇਰ ਸਿੰਘ ਸਭਾ ਵਿੱਚ ਗੋਲੀ ਚਲਾਈ ਗਈ ਆ। ਉਸ ਦੇ ਸੰਬੰਧ ਵਿੱਚ ਸਾਡੇ ਕੋਲ ਸਿੱਖ ਚੈਨਲ ਦੀ ਟੀਮ, ਭਾਈ ਹਰਜੀਤ ਸਿੰਘ ਜੀ ਕੈਮਰਾਮੈਨ ਸਾਡੇ ਕੋਲ ਰਾਤੋਂ ਰਾਤ ਇੱਥੇ ਪਹੁੰਚ ਚੁੱਕੇ ਆ। ਸਿੱਖ ਚੈਨਲ ਦਾ ਉਪਰਾਲਾ ਬਹੁਤ ਵੱਡਾ। ਮੈਂ ਹਰਪ੍ਰੀਤ ਸਿੰਘ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ। ਅੱਜ ਤੁਹਾਨੂੰ ਉਸ ਗੁਰੂ ਘਰ ਦੇ ਦਰਸ਼ਨ ਕਰਾਏ ਜਾਣਗੇ, ਨਾਲੇ ਉਹ ਜਗ੍ਹਾ ਦਿਖਾਈ ਜਾਏਗੀ ਜਿਹਦੇ ਵਿੱਚ ਕਿਸੇ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਇਹ ਬਹੁਤ ਭਾਰੀ ਅਟੈਕ ਕੀਤਾ ਗਿਆ ਆ। ਗੋਲੀ ਦੇ ਨਾਲ ਉਹਨਾਂ ਨੇ ਰਾਈਫਲ, ਕਿਸ ਤਰ੍ਹਾਂ ਦੀ ਰਾਈਫਲ ਇਸਤੇਮਾਲ ਕੀਤੀ ਆ, ਜੋ ਕਿ ਐਡਾ ਭਾਰਾ ਸ਼ੀਸ਼ਾ ਜਿਹਦੀ ਸਾਈਜ਼ ਹੈਗਾ 10 mm ਤੱਕ ਉਹਦਾ ਸਾਈਜ਼ ਹੈਗਾ ਆ, ਉਹ ਸ਼ੀਸ਼ੇ ਨੂੰ ਚੀਰਦੀ ਹੋਈ ਦੂਸਰੀ ਦੀਵਾਰ ਤੱਕ ਗਈ ਆ। ਨਾਲੇ ਤੁਹਾਨੂੰ ਗੁਰੂ ਘਰ ਦੇ ਦਰਸ਼ਨ ਕਰਾਉਂਦੇ ਆ, ਨਾਲੇ ਉਹ ਜਗ੍ਹਾ ਦਿਖਾਉਂਦੇ ਆ। ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਐਂਟਰੈਂਸ ਦਾ ਦਰਵਾਜ਼ਾ ਆ। ਐਂਟਰੈਂਸ ਦੇ ਦਰਵਾਜ਼ੇ ਵਿੱਚ ਇੱਥੇ ਬੁਲਟ ਮਾਰੀ ਗਈ ਆ। ਕਿਸ ਪ੍ਰਕਾਰ ਦੀ ਬੁਲਟ ਆ, ਕਿਸ ਗਨ ਨਾਲ ਚਲਾਈ ਗਈ, ਉਹਦੀ ਇਨਵੈਸਟੀਗੇਸ਼ਨ ਅਜੇ ਚੱਲ ਰਹੀ ਆ। ਇਹ ਇੱਥੇ ਬੁਲਟ ਲੱਗਦੀ ਹੋਈ ਉਹਦੇ ਜੋ ਵੀ ਪਾਰਟਸ ਆ, ਜੋ ਉਹਦੇ ਸ਼ਰੇ ਜਿਹਨੂੰ ਪੰਜਾਬੀ ਦੇ ਵਿੱਚ ਕਿਹਾ ਜਾਂਦਾ ਹੈ, ਉਹ ਇਹਦੇ ਵਿੱਚ ਲੱਗ ਕੇ ਤੇ ਇਹ ਸਾਰਾ ਸ਼ੀਸ਼ਾ ਹੁਣ ਹੌਲੀ ਹੌਲੀ ਗਿਰ ਰਿਹਾ। ਇਹਦੇ ਸ਼ੀਸ਼ੇ ਦੀ ਚੜਾਈ ਹੈਗੀ 10 mm, ਬਹੁਤ ਭਾਰਾ ਸ਼ੀਸ਼ਾ ਆ ਜੋ ਛੇਤੀ ਟੁੱਟ ਨਹੀਂ ਸਕਦਾ, ਕਿਸੇ ਰਾੜ ਨਾਲ ਨਹੀਂ ਟੁੱਟ ਸਕਦਾ, ਮਾੜੀ ਬੁਲਟ ਨਾਲ ਨਹੀਂ ਟੁੱਟ ਸਕਦਾ। ਪਤਾ ਨਹੀਂ ਕਿਸ ਪ੍ਰਕਾਰ ਦੀ ਚਲਾਈ ਗਈ ਆ। ਇਸ ਜਗ੍ਹਾ ਦੇ ਉੱਤੇ ਦੂਜਾ ਬੁਲਟ ਚਲਾਇਆ ਗਿਆ ਆ, ਵਿਚਕਾਰ ਬੁਲਟ ਨੇ ਫਾਇਰ ਕੀਤਾ ਆ, ਸਾਈਡਾਂ ਦੇ ਉੱਤੇ ਉਹਦੇ ਨਿਸ਼ਾਨ ਆਏ ਗਏ ਨੇ। ਬਹੁਤ ਭਾਰੀ ਉਹਨਾਂ ਨੇ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਆ। ਅੰਮ੍ਰਿਤ ਵੇਲਾ ਹੀ 3:30 ਵਜੇ ਦਾ ਸਮਾਂ ਹੀ ਜਿਸ ਵੇਲੇ ਗੋਲੀ ਚਲਾਈ ਗਈ ਆ। ਕੁਛ ਇਹ ਨਿਸ਼ਾਨ ਨੇ ਗੁਰੂ ਘਰ ਦੇ ਇਸ ਕੱਚ ਦੀ ਦੀਵਾਰ ਦੇ ਉੱਤੇ ਜੋ ਤੀਜਾ ਬੁਲਟ ਚਲਾਇਆ ਗਿਆ ਆ। ਬਹੁਤ ਇਹ ਬੁਲਟ ਪਰਦੇ ਦੇ ਵਿੱਚੋਂ ਦੀ ਚੀਰਦਾ ਹੋਇਆ ਦੂਸਰੀ ਦੀਵਾਰ ਦੇ ਨਾਲ ਅਟੈਚ ਕਰਦਾ ਹੋਇਆ ਆਪ ਜੀ ਨੂੰ ਉਹ ਵੀ ਦਿਖਾਇਆ ਜਾਏਗਾ ਜਿੱਥੇ ਦੀਵਾਰ ਦੇ ਵਿੱਚ ਉਹਨੇ ਸੁਰਾਖ ਕੀਤੇ ਆ। ਅੱਗੇ ਚੌਥਾ ਅਟੈਕ ਇਸ ਜਗ੍ਹਾ ਦੇ ਉੱਤੇ ਕੀਤਾ ਗਿਆ ਆ, ਜੋ ਕਿ ਇੱਥੇ ਵੀ ਬੜਾ ਭਾਰੀ ਨੁਕਸਾਨ ਕਰਦਾ ਹੋਇਆ ਇਹ ਬੁਲਟ ਕੁਛ ਵੀ ਕਰ ਸਕਦਾ ਸੀ। ਪੰਜਵਾਂ ਅਟੈਕ ਇਸ ਦਰਵਾਜ਼ੇ ਦੇ ਉੱਤੇ ਕੀਤਾ ਗਿਆ ਆ, ਜੋ ਕਿ ਬਹੁਤ ਗੁਰੂ ਮਹਾਰਾਜ ਦੀ ਜੋ ਹਜ਼ੂਰੀ ਦੇ ਵਿੱਚ ਦਰਬਾਰ ਸਾਹਿਬ ਆ, ਚੰਦੋਆ ਸਾਹਿਬ ਦੇ ਕੋਲ ਜਾ ਕੇ ਬਿਲਕੁਲ ਲੱਗਿਆ ਹੈ ਬੁਲਟ। ਇਸ ਤੋਂ ਪਹਿਲਾਂ ਜਾਣਕਾਰੀ ਮੈਂ ਆਪ ਜੀ ਨੂੰ ਜ਼ਰੂਰ ਦੇ ਦੇਵਾਂ ਕਿ ਪਿਛਲੇ ਅੱਜ ਤੋਂ 2 ਸਾਲ ਪਹਿਲਾਂ ਇਹਨਾਂ ਵੱਲੋਂ ਅਟੈਕ ਕੀਤਾ ਗਿਆ ਸੀਗਾ, ਜੋ ਅਟੈਕ ਉਸ ਸ਼ੀਸ਼ੇ ਦੀ ਇੱਕ ਨੁੱਕਰ ਦੇ ਵਿੱਚ ਕੀਤਾ ਗਿਆ ਸੀਗਾ। ਉਹ ਸ਼ੀਸ਼ਾ ਬਾਅਦ ਵਿੱਚ ਪਵਾਇਆ ਗਿਆ। ਇੱਥੇ ਬੱਸ ਇੱਕ ਖਲੋਤੀ ਸੀ, ਪ੍ਰਾਈਵੇਟ ਬੱਸ ਕਿਸੇ ਨੇ ਪਾਰਕ ਕੀਤੀ ਸੀ। ਉਹਨਾਂ ਨੇ ਬੱਸ ਨੂੰ ਬਚਾਉਣ ਵਾਸਤੇ ਬੱਸ ਤੇ ਅਟੈਕ ਨਹੀਂ ਕੀਤਾ, ਇਸ ਕਰਕੇ ਸ਼ੀਸ਼ਾ ਇਹ ਬਚ ਗਿਆ। ਆਪ ਜੀ ਨੂੰ ਅੰਦਰ ਦੇ ਦਰਸ਼ਨ ਕਰਾਏ ਜਾਣਗੇ। ਹੁਣ ਜੀ, ਹੁਣ ਅਸੀਂ ਐਂਟਰੈਂਸ ਦੇ ਵਿੱਚ ਦਰਵਾਜ਼ੇ ਦੇ ਵਿੱਚ ਵੜ ਚੁੱਕੇ ਹਾਂ। ਜੋ ਇਹ ਦਰਵਾਜ਼ੇ ਦੇ ਵਿੱਚ ਸੁਰਾਖ ਜੋ ਬੁਲਟ ਮਾਰੀ ਗਈ ਆ, ਇਹ ਬੁਲਟ ਦਾ ਅੰਦਰਲਾ ਹਿੱਸਾ ਆ ਜਿਹਦੇ ਵਿੱਚ ਇੰਨੀ ਵਿੱਥ ਪੈ ਚੁੱਕੀ ਹੈ ਇਸ ਸਮੇਂ। ਇਹ ਦਰਬਾਰ ਸਾਹਿਬ ਦੇ ਦਰਸ਼ਨ ਨੇ ਜੀ। ਆ ਜਿਹੜਾ ਬੁਲਟ ਦਾ ਦੂਸਰੀ ਬੁਲਟ ਮਾਰੀ ਗਈ ਆ, ਇਹ ਬੁਲਟ ਦਾ ਨਿਸ਼ਾਨ ਹੈ, ਜੋ ਕਿ ਪਰਦਾ ਇਸ ਜਗ੍ਹਾ ਦੇ ਉੱਤੇ ਹੀ ਇਹ ਬੁਲਟ ਨੇ ਇਹ ਪਰਦੇ ਦਾ ਨੁਕਸਾਨ ਕੀਤਾ, ਪਰਦਾ ਫਾੜਿਆ। ਉਸ ਦੇ ਨਾਲ ਇਹ ਬੁਲਟ ਕਿਸ ਜਗ੍ਹਾ ਤੋਂ ਚਲਾਇਆ ਗਿਆ, ਕਿਸ ਡਾਇਰੈਕਸ਼ਨ ਤੋਂ ਚਲਾਇਆ ਗਿਆ, ਉਸ ਹਿਸਾਬ ਦੇ ਨਾਲ ਬਿਲਕੁਲ ਆਪੋਜ਼ਿਟ ਸਾਈਡ ਤੇ ਜਿਹੜੀ ਦੀਵਾਰ ਆ, ਉਹ ਦੀਵਾਰ ਦੇ ਉੱਤੇ ਉਹ ਬੁਲਟ ਨੇ ਨਿਸ਼ਾਨ ਕੀਤੇ ਆ। ਤੁਹਾਨੂੰ ਉਹ ਨਿਸ਼ਾਨ ਦਿਖਾਏ ਜਾਣਗੇ। ਉਹਨਾਂ ਨੇ ਇਸ ਹਿਸਾਬ ਨਾਲ ਸਾਡੇ ਸਿੱਖ ਕੌਮ ਦੇ ਉੱਤੇ ਹਮਲਾ ਕੀਤਾ। ਅੱਜ ਸਾਨੂੰ 1984 ਦੇ ਫਿਰ ਉਹ ਹਾਲਾਤ ਯਾਦ ਕਰਾਉਣ ਦੀ ਕੋਸ਼ਿਸ਼ ਕੀਤੀ, ਸਾਡੇ ਦਿਲ ਨੂੰ ਫਿਰ ਦਹਿਲਾਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਆ। ਆਪਣੇ ਵੱਲੋਂ ਉਹਨਾਂ ਪੂਰੀ ਕੋਸ਼ਿਸ਼ ਕੀਤੀ। ਹਮਲਾਵਰਾਂ ਨੇ ਕਿਸ ਧਰਮ ਦੇ ਹੀ, ਕਿਸ ਧਰਮ ਨਾਲ ਸੰਪਰਕ ਕਰਦੇ ਸੀਗੇ, ਕੋਈ ਇਸ ਬਾਰੇ ਕਿਹਾ ਨਹੀਂ ਜਾ ਸਕਦਾ। ਆਹ ਦੂਸਰੇ ਨਿਸ਼ਾਨ ਲੱਗੇ ਹੋਏ ਉਸੇ ਬੁਲਟ ਦੇ, ਹੋਰ ਵੀ ਬੁਲਟ ਦੇ ਨਿਸ਼ਾਨ ਇੱਥੇ ਲੱਗੇ ਹੋਏ ਆ। ਇੰਨਾ ਸ਼ੁਕਰ ਹੈ, ਇੰਨਾ ਵਾਹਿਗੁਰੂ ਦਾ ਸ਼ੁਕਰ ਹੈ, ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉੱਦਾਂ ਇਸ ਤਰ੍ਹਾਂ ਦਾ ਨੁਕਸਾਨ ਬਹੁਤ ਹੋਇਆ। 3:30 ਵਜੇ ਦਾ ਸਮਾਂ ਹੀ ਜਿਹੜੇ ਗੁਰੂ ਘਰ ਦੇ ਗ੍ਰੰਥੀ ਸਿੰਘ ਹੀ ਨਾਲ ਹੋਰ ਸੇਵਾਦਾਰ ਸੀਗੇ, ਉਹ ਉਸ ਵਕਤ ਅਜੇ ਇੱਥੇ ਮਹਾਰਾਜ ਦੇ ਹਾਲ ਦੇ ਵਿੱਚ ਨਹੀਂ ਆਏ, ਅਜੇ ਨਹੀਂ ਪਹੁੰਚੇ। ਉਹ ਇਸ਼ਨਾਨ ਪਾਣੀ ਕਰਨ ਵਾਸਤੇ, ਇਸ਼ਨਾਨ ਕਰਨ ਵਾਸਤੇ ਜੋ ਗ੍ਰੰਥੀ ਸਿੰਘ ਸਨ, ਉਹ ਅਜੇ ਦਰਵਾਜ਼ੇ ਵੱਲ, ਬਾਥਰੂਮ ਦੇ ਵਾਸ਼ਰੂਮ ਦੇ ਦਰਵਾਜ਼ੇ ਵੱਲ ਗਏ। ਉਹਨਾਂ ਨੇ ਖੜਾਕ ਸੁਣਿਆ, ਦੂਸਰੇ ਸਿੰਘ ਨੂੰ ਆਵਾਜ਼ ਦਿੱਤੀ। ਜਿਸ ਵੇਲੇ ਉੱਪਰ ਆਏ ਤੇ ਉਹਨਾਂ ਨਾਲ ਦੇਖਦਿਆਂ ਹੀ ਉਹਨਾਂ ਦਾ ਦਿਲ ਦਹਿਸ ਗਿਆ। ਉਹਨਾਂ ਨੇ ਕੁਛ ਨਹੀਂ ਉਹਨਾਂ ਨੂੰ ਸੁੱਝੀ। ਉਹਨਾਂ ਨੇ ਉਸੇ ਵੇਲੇ ਜਿਹੜੇ ਇਹ ਮਕਾਨ ਬਿਲਡਿੰਗ ਦੇ ਮਾਲਕ ਨੇ ਉਹਨਾਂ ਨਾਲ ਕੰਟੈਕਟ ਕੀਤਾ, ਉਹਨਾਂ ਨੂੰ ਫੋਨ ਲਾਇਆ। ਉਹਨਾਂ ਉਸੇ ਵੇਲੇ ਪੁਲਿਸ ਨੂੰ ਕੰਟੈਕਟ ਕੀਤਾ। ਪੁਲਿਸ ਨੂੰ ਕੰਟੈਕਟ ਕਰਦੇ ਉਸੇ ਵੇਲੇ 4 ਵਜੇ ਦੇ ਕਰੀਬ ਇੱਥੇ ਪੁਲਿਸ ਪਹੁੰਚ ਚੁੱਕੀ। ਉਹਨਾਂ ਆਪਣੀ ਕਾਰਵਾਈ ਕੀਤੀ। ਉਸ ਤੋਂ ਉਪਰੰਤ ਇੱਥੇ ਇਸ ਵੇਲੇ ਤੁਹਾਨੂੰ ਸਾਰੀ ਸਫਾਈ ਦਿਖਾਈ ਦੇ ਰਹੀ ਆ, ਪਰ ਪਹਿਲਾਂ ਇੱਥੇ ਸਾਰੇ ਕੱਚ ਖਿਲ ਰਿਹਾ ਹੋਇਆ ਸੀ। ਸ਼ਾਮ 4 ਵਜੇ ਦੇ ਕਰੀਬ, ਸਵੇਰੇ ਅੰਮ੍ਰਿਤ ਵੇਲੇ ਦਾ 3:30 ਵਜੇ ਦਾ ਅਟੈਕ ਹੋਇਆ। 4 ਵਜੇ ਦੇ ਕਰੀਬ, ਸ਼ਾਮੀ 4 ਵਜੇ ਦੇ ਕਰੀਬ ਇੱਥੇ ਸਫਾਈ ਕੀਤੀ ਗਈ ਆ। ਉਸ ਤੋਂ ਪਹਿਲਾਂ ਸਾਰਾ ਕੱਚ ਇਸ ਤਰ੍ਹਾਂ ਹੀ ਬਿਖਰਿਆ ਹੋਇਆ ਸੀ। ਇਹ ਬੁਲਟ ਦਾ ਨਿਸ਼ਾਨ ਇਸ ਜਗ੍ਹਾ ਤੋਂ ਦਿਖਾਇਆ ਜਾ ਰਿਹਾ।
ਆਪਣੇ ਵੱਲੋਂ ਉਹਨਾਂ ਚੰਗੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਵੀ ਕਿਸੇ ਤਰ੍ਹਾਂ ਨਾਲ ਇਹਨਾਂ ਦਾ ਹੋਰ ਨੁਕਸਾਨ ਹੋਏ, ਪਰ ਵਾਹਿਗੁਰੂ ਨੇ ਹੱਥ ਦੇ ਕੇ ਰੱਖਿਆ ਆ। ਆਓ ਤੁਹਾਨੂੰ ਉਹ ਜਗ੍ਹਾ ਦਿਖਾਈ ਜਾਂਦੀ ਹੈ ਜਿਹਦੇ ਵਿੱਚ ਅੱਜ ਤੋਂ 2 ਸਾਲ ਪਹਿਲੋਂ ਇਹਨਾਂ ਨੇ ਅਟੈਕ ਕੀਤਾ ਸੀ। ਕਿਹਨਾਂ ਨੇ ਕੀਤਾ ਸੀ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਉਹਨਾਂ ਨੇ ਅਟੈਕ ਜਿਹਨਾਂ ਨੇ ਪਿਛਲੀ ਵਾਰ ਕੀਤਾ ਸੀ ਉਹ ਬਿਲਕੁਲ ਇਸ ਜਗ੍ਹਾ ਦੇ ਉੱਤੇ ਅਟੈਕ ਹੋਇਆ ਸੀ। ਜੋ ਅਟੈਕ ਇੱਕ ਡਾਇਰੈਕਸ਼ਨ ਨਾਲ ਹੋਇਆ ਸੀਗਾ, ਉਹ ਇਹਦੇ ਵਿੱਚ ਲੱਗ ਕੇ, ਅਲਾਰਮ ਦੇ ਵਿੱਚ ਲੱਗ ਕੇ, ਜੋ ਅਲਾਰਮ ਦੇ ਕੰਕਰ ਹੀ, ਸ਼ੀਸ਼ੇ ਦੇ ਕੰਕਰ ਸੀਗੇ, ਉਹ ਸਾਰੇ ਦਰਬਾਰ ਸਾਹਿਬ ਦੇ ਉੱਪਰ ਗਏ ਸੀ। ਉਸ ਵੇਲੇ ਜਿਹੜਾ ਗੁਰੂ ਘਰ ਦਾ ਗ੍ਰੰਥੀ ਸਿੰਘ ਸੀ ਉਸੇ ਸਮੇਂ ਅਜੇ ਅਰਦਾਸ ਬੇਨਤੀ ਕਰਨ ਵਾਸਤੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਪਹੁੰਚਿਆ ਸੀਗਾ। ਸੋ ਇਸ ਸਮੇਂ ਇੱਥੇ ਮਾਰਾਥੋਨਾ ਦੀ ਧਰਤੀ ਦੇ ਵਿੱਚ ਜੋ ਸਿੱਖ ਭਾਈ ਨੇ, ਸਿੱਖ ਭਾਈਚਾਰਾ ਆ, ਉਹਨਾਂ ਦੇ ਵਿੱਚ ਥੋੜ੍ਹਾ ਜਿਹਾ ਦਹਿਸ਼ਤ ਦਾ ਮਾਹੌਲ ਹੈ। ਜੋ ਐਤਵਾਰ ਸੰਗਤ ਦੀ ਗਿਣਤੀ 150 ਪੌਣੇ 200 100 ਦੇ ਕਰੀਬ ਹੁੰਦੀ ਸੀ, ਜਿਹੜੀ ਕੱਲ ਰਾਤ ਪ੍ਰੋਗਰਾਮ ਸੀਗਾ ਉਸ ਦੇ ਬਾਵਜੂਦ ਵੀ 50-60 ਦੇ ਕਰੀਬ ਰਹਿ ਗਈ। ਬਾਕੀ 40 ਲੋਕ ਆਪਣੇ ਘਰ ਹੀ ਮੱਥਾ ਟੇਕ ਕੇ ਨਮਸਕਾਰ ਕਰਕੇ ਉੱਥੇ ਹੀ ਮਹਾਰਾਜ ਨੂੰ, ਤੇ ਉੱਥੇ ਹੀ ਉਹਨਾਂ ਨੇ ਆਰਾਮ ਕਰਨ ਦੀ ਸੋਚੀ। ਇਸ ਤਰ੍ਹਾਂ ਸਿੱਖ ਕੌਮ ਨੂੰ ਸਾਰੀ ਨੂੰ ਇਕਜੁੱਟ ਹੋ ਕੇ ਚੱਲਣਾ ਚਾਹੀਦਾ। ਜੋ ਭਾਈਚਾਰੇ, ਜੋ ਸਿੱਖ ਭਾਈ ਗਰੀਸ ਦੇ ਵਿੱਚ ਵਸਦੇ, ਸਾਰੀਆਂ ਕਮੇਟੀਆਂ ਨੂੰ ਇਕਮੁੱਠ ਹੋ ਕੇ ਹਰ ਇੱਕ ਦਾ ਸਹਿਯੋਗ ਦੇਣਾ ਚਾਹੀਦਾ। ਮੇਰੀ ਸਾਰੀ ਸੰਗਤ ਨੂੰ ਤੇ ਸਿੱਖ ਚੈਨਲ ਦੀ ਸਾਰੀ ਸੰਗਤ ਨੂੰ ਇਹੀ ਹੱਥ ਜੋੜ ਕੇ ਅਪੀਲ ਕੀਤੀ ਜਾਂਦੀ ਆ, ਬੇਨਤੀ ਕੀਤੀ ਜਾਂਦੀ, ਇੰਨੀ ਹਾਜ਼ਰੀ ਪ੍ਰਵਾਨ ਕਰਿਓ। ਬਾਕੀ ਤੁਹਾਨੂੰ ਸਮਾਂ ਜਿਹੜਾ ਰਾਤ ਦੇ ਸਮੇਂ, ਸ਼ਾਮ ਦੇ ਸਮੇਂ ਜੋ ਇੱਥੇ ਗੁਰੂ ਘਰ ਦੇ ਵਿੱਚ ਸਿੰਘ ਆਉਣਗੇ, ਜਿਹੜੇ ਉਸ ਵੇਲੇ ਮੌਜੂਦਾ ਸੀਗੇ, ਜਿਹੜਾ ਸਿੰਘ ਉਸ ਸਮੇਂ 3 ਵਜੇ ਥੱਲੇ ਸੀਗਾ, ਉਹਦੇ ਨਾਲ ਗੱਲਬਾਤ ਕਰਾਈ ਜਾਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਤੋਂ ਮੈਂ ਹਰਪ੍ਰੀਤ ਸਿੰਘ, ਮੇਰੇ ਨਾਲ ਹਰਜੀਤ ਸਿੰਘ ਕੈਮਰਾਮੈਨ ਜੋ UK ਤੋਂ ਇੱਥੇ ਪਹੁੰਚੇ ਹਨ। ਟੀਮ ਪਹੁੰਚੀ ਹੈ ਸਵੇਰੇ 4 ਵਜੇ ਦੀ। ਅਸੀਂ ਸਵੇਰੇ ਤੁਹਾਨੂੰ ਦੂਸਰੇ ਗੁਰੂ ਘਰ ਸ਼੍ਰੀ ਦਸ਼ਮੇਸ਼ ਸਿੰਘ ਸਭਾ ਗੁਰੂ ਘਰ, ਜੋ ਕਿ ਮਾਰਾਥੋਨਾ ਰੋਡ ਦੇ ਉੱਪਰ ਬਣਿਆ ਹੋਇਆ ਹੈ, ਉਹਦੇ ਦਰਸ਼ਨ ਕਰਾਏ ਸਨ। ਅਤੇ ਉੱਥੇ ਜਿਹੜਾ ਅਟੈਕ ਗੋਲੀਆਂ ਦੇ ਨਾਲ ਕੀਤਾ ਗਿਆ ਉਹਦੇ ਦਰਸ਼ਨ ਕਰਾਏ ਸਨ। ਹੁਣ ਅਸੀਂ ਪਹੁੰਚ ਚੁੱਕੇ ਹਾਂ ਕਾਤੋ ਸੁਲੀ ਰੋਡ ਦੇ ਉੱਤੇ, ਜਿਹੜਾ ਗੁਰੂ ਘਰ ਗੁਰੂ ਰਵਿਦਾਸ ਮਹਾਰਾਜ ਰਜਿਸਟ੍ਰੇਸ਼ਨ ਮਾਰਾਥੋਨਾ ਗ੍ਰੀਸ ਗੁਰੂ ਘਰ ਸਥਿਤ ਹੈ, ਉਸ ਗੁਰੂ ਘਰ ਦੇ ਵਿੱਚ ਪਹੁੰਚ ਚੁੱਕੇ ਹਨ, ਜਿਹਦੇ ਵਿੱਚ ਕਿ ਉਹਨਾਂ ਹੀ ਹਮਲਾਵਾਰਾਂ ਦੇ ਵੱਲੋਂ ਸਵੇਰੇ ਅੰਮ੍ਰਿਤ ਵੇਲੇ ਕੁਛ 2 ਵਜੇ ਦੇ ਕਰੀਬ ਪ੍ਰਬੰਧਕਾਂ ਵੱਲੋਂ ਦੱਸਿਆ ਗਿਆ, ਗੁਰੂ ਘਰ ਦੇ ਗ੍ਰੰਥੀ ਸਿੰਘ ਵੱਲੋਂ ਦੱਸਿਆ ਗਿਆ ਵੀ ਉਹਨਾਂ ਦੇ ਵੱਲੋਂ 2 ਵਜੇ ਦੇ ਕਰੀਬ ਇੱਥੇ ਹਮਲਾ ਕੀਤਾ ਗਿਆ। ਜੋ ਰੋਡਸ ਦੇ ਨਾਲ, ਬੇਸਬਾਲ ਦੇ ਨਾਲ, ਹੋਰ ਕਿਸੇ ਤਰੀਕੇ ਦੇ ਨਾਲ ਹਮਲਾ ਕੀਤਾ ਗਿਆ, ਕੋਈ ਸ਼ੂਟ ਨਹੀਂ ਕੀਤਾ ਗਿਆ। ਉਹਨਾਂ ਵੱਲੋਂ ਇੱਥੇ ਕਾਫੀ ਸ਼ੀਸ਼ਿਆਂ ਦੀ ਭੰਨ ਤੋੜ ਕੀਤੀ ਗਈ ਆ। ਉਹ ਤੁਹਾਨੂੰ ਆਪ ਜੀ ਨੂੰ ਦਿਖਾਉਂਦੇ, ਨਾਲੇ ਗੁਰੂ ਘਰ ਦੇ ਦਰਸ਼ਨ ਕਰਾਉਂਦੇ ਆ। ਆਓ ਜੀ। ਇਹ ਗੁਰੂ ਘਰ ਦੀ ਇਸ ਜਗ੍ਹਾ ਦੇ ਉੱਤੇ ਪਹਿਲਾਂ ਸ਼ੀਸ਼ੇ ਲੱਗੇ ਹੋਏ ਸਨ। ਜੋ ਦਰਵਾਜ਼ਾ ਵੀ ਹੈ ਸ਼ੀਸ਼ੇ ਦੇ, ਇੱਥੇ ਜਿਸ ਤਰ੍ਹਾਂ ਉਹ ਗੇਟ ਆ, ਦਰਵਾਜ਼ੇ ਦੇ ਕੋਲ ਜੋ ਸ਼ੀਸ਼ੇ ਲੱਗੇ ਹਨ, ਇਸ ਤਰ੍ਹਾਂ ਸ਼ੀਸ਼ੇ ਲੱਗੇ ਸਨ। ਹਮਲਾਵਾਰਾਂ ਦੇ ਵੱਲੋਂ ਇਹ ਸ਼ੀਸ਼ੇ ਤੋੜ ਦਿੱਤੇ ਗਏ ਕੱਲ ਸਵੇਰੇ 2 ਵਜੇ ਦੇ ਕਰੀਬ, ਤੇ ਇਹ ਸ਼ੀਸ਼ੇ ਤੋੜ ਦਿੱਤੇ ਗਏ। ਦਰਵਾਜ਼ਾ ਜਿਹੜਾ ਛੋਟਾ ਦਰਵਾਜ਼ਾ, ਉਸੇ ਹੀ ਪ੍ਰਕਾਰ ਇੱਥੇ ਇੱਕ ਦਰਵਾਜ਼ਾ ਹੈ ਜਿਹਦੇ 5 ਸ਼ੀਸ਼ੇ ਤੋੜ ਦਿੱਤੇ ਗਏ ਹਮਲਾਵਾਰਾਂ ਵੱਲੋਂ। ਤੇ ਇੱਥੋਂ ਦੇ ਜਿਹੜੇ ਸੇਵਾਦਾਰ, ਜੋ ਪ੍ਰਬੰਧਕ ਆ, ਉਹਨਾਂ ਦੇ ਵੱਲੋਂ ਮੌਕੇ ਦੇ ਉੱਤੇ 2:30 ਵਜੇ ਦੇ ਕਰੀਬ ਥਾਣਾ, ਜਿਹੜਾ ਇੱਥੇ ਮਾਰਾਥੋਨਾ ਥਾਣਾ ਪੈਂਦਾ ਹੈ, ਉੱਥੇ ਜਾ ਕੇ ਰਿਪੋਰਟ ਦਰਜ ਕਰਾਈ ਗਈ। ਉਹਨਾਂ ਦੇ ਬੈਠਿਆਂ ਹੀ ਉੱਥੇ ਦੂਜੀ ਜਿਹੜੀ ਵਾਰਦਾਤ ਨੂੰ ਉਹਨਾਂ ਅੰਜਾਮ ਦਿੱਤਾ। ਉਹ ਜਿਹੜੇ ਹਮਲਾਵਾਰਾਂ ਵੱਲੋਂ ਜੋ ਉਸ ਵੇਲੇ ਹਮਲਾ ਕੀਤਾ ਗਿਆ ਦੂਸਰੇ ਗੁਰੂ ਘਰ ਵਿਖੇ, ਉਸ ਵੇਲੇ ਉਹਨਾਂ ਦੀ ਕਾਲ ਉਸ ਥਾਣੇ ਵਿੱਚ ਗਈ ਜਿਸ ਸਮੇਂ ਉਹ ਰਿਪੋਰਟ ਲਿਖਾ ਰਹੇ ਸਨ। ਪੁਲਿਸ ਵਾਲੇ ਬੜੇ ਚਾਣਚੱਕ ਰਹਿ ਗਏ, ਬੜੇ ਹੈਰਾਨ ਹੋਏ ਕਿ ਇਹ 2 ਵਾਰਦਾਤਾਂ ਜਿਹੜੀਆਂ ਇੱਕੋ ਸਮੇਂ ਇੱਕੋ ਹਮਲਾਵਾਰਾਂ ਵੱਲੋਂ ਜਿਹੜੇ ਉਹਨਾਂ ਵੱਲੋਂ ਅੰਜਾਮ ਦਿੱਤੀਆਂ ਗਈਆਂ। 2 ਹਮਲਾ ਕੀਤੇ ਗਏ, 2 ਹਮਲੇ 2 ਗੁਰੂ ਘਰਾਂ ਦੇ ਉੱਤੇ ਕੀਤੇ ਗਏ। ਸੋ ਆਪ ਜੀ ਨੂੰ ਅੰਦਰੋਂ ਦਰਸ਼ਨ ਕਰਾਏ ਜਾਣਗੇ। ਉਸ ਤੋਂ ਉਪਰੰਤ ਜਿਹੜੇ ਇੱਥੋਂ ਦੀ ਪੁਲਿਸ, ਉਹਨਾਂ ਵੱਲੋਂ ਇਹਨਾਂ ਨੂੰ ਪਰਮਿਸ਼ਨ ਮਿਲੀ ਵੀ ਤੁਸੀਂ ਆਪਣਾ ਜੋ ਵੀ ਇੱਥੇ ਕੱਚ, ਜੋ ਵੀ ਸ਼ੀਸ਼ਾ ਟੁੱਟਾ, ਗਲਾਸ ਟੁੱਟਾ ਆ, ਉਹਨੂੰ ਕਲੈਕਟ ਕਰ ਸਕਦੇ, ਤੁਸੀਂ ਸਫਾਈ ਕਰ ਸਕਦੇ। ਇਹਨਾਂ ਨੇ ਸਾਰੀ ਸੰਗਤ ਨੇ, ਸੇਵਾਦਾਰਾਂ ਨੇ, ਕਮੇਟੀ ਮੈਂਬਰਾਂ ਨੇ ਇਹਦੀ ਸੇਵਾ ਕਰਕੇ ਕੱਚ ਕਲੈਕਟ ਕਰਕੇ, ਪਰ ਉਸ ਤੋਂ ਬਾਅਦ ਵਿੱਚ ਇਸ ਵਿੱਚ ਹਵਾ ਕਰਾਸ ਕਰਨ ਲੱਗ ਪਈ ਸੀਗੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਪ੍ਰਕਾਸ਼ ਹੈ, ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਇੱਥੇ ਸਰੂਪ ਲੱਗੇ ਹੋਏ ਹਨ, ਇਹਦੀ ਬੇਦਬੀ ਹੁੰਦੀ ਆ। ਇਸ ਨੂੰ ਮੁੱਖ ਰੱਖਦੇ ਹੋਏ ਪ੍ਰਬੰਧਕਾਂ ਵੱਲੋਂ ਇਹ ਟੀਨਾਂ, ਲੋਹੇ ਦੀਆਂ ਟੀਨਾਂ ਇਸ ਜਗ੍ਹਾ ਦੇ ਉੱਤੇ ਲਾ ਦਿੱਤੀਆਂ ਗਈਆਂ ਜੀ। ਇਹ ਗੁਰੂ ਘਰ ਦਾ ਐਂਟਰੈਂਸ ਡੋਰ ਹੈ, ਇਹ ਦਰਵਾਜ਼ਾ ਹੈ।
ਇਸ ਦਰਵਾਜ਼ੇ ਥਾਣੀ ਐਂਟਰ ਕਰਦੀ ਹੈ ਸੰਗਤ। ਹਮਲਾਵਰਾਂ ਵੱਲੋਂ ਜਿਸ ਜਗ੍ਹਾ ਦੇ ਉੱਤੇ ਹਮਲਾ ਕੀਤਾ ਗਿਆ ਉਹ ਜਗ੍ਹਾ ਇਹ ਹੈ ਜਿਸ ਦੇ ਉੱਤੇ ਬਾਅਦ ਵਿੱਚ ਪਰਦੇ ਲਗਾਏ ਸਨ, ਪਹਿਲੇ ਵੀ ਲੱਗੇ ਸਨ ਪਰ ਪਹਿਲੇ ਸ਼ੀਸ਼ੇ ਦੇ ਸਨ ਦਰਵਾਜ਼ੇ। ਇੱਥੇ ਸ਼ੀਸ਼ੇ ਦੀਆਂ ਬਾਰੀਆਂ ਲੱਗੀਆਂ ਹੋਈਆਂ ਸਨ, ਵੱਡੇ ਸ਼ੀਸ਼ੇ ਲੱਗੇ ਹੋਏ ਸਨ। ਹਮਲਾਵਰਾਂ ਵੱਲੋਂ ਉਹਨਾਂ ਦੇ ਉੱਤੇ ਰਾਡਾਂ ਨਾਲ ਹਮਲਾ ਕਰਕੇ, ਸਟਿਕਸ ਨਾਲ ਹਮਲਾ ਕਰਕੇ, ਬੇਸਬਾਲ ਦੇ ਨਾਲ ਹਮਲਾ ਕਰਕੇ ਕਿਸੇ ਪ੍ਰਕਾਰ ਦੇ ਸ਼ੀਸ਼ੇ ਤੋੜ ਦਿੱਤੇ ਗਏ। ਇੱਥੇ ਇੱਕ ਦਰਵਾਜ਼ਾ ਵੀ ਹੈ ਜਿਹਦੇ ਸ਼ੀਸ਼ੇ ਟੁੱਟੇ ਤਾਂ ਆਪ ਜੀ ਨੂੰ ਨਜ਼ਰ ਆਉਣਗੇ। 1 2 3 4 ਤੇ 5 ਸ਼ੀਸ਼ੇ ਇਸ ਦਰਵਾਜ਼ੇ ਦੇ ਵੀ ਹਮਲਾਵਰਾਂ ਨੇ ਤੋੜੇ। ਪਹਿਲਾਂ ਇਸ ਦੀ ਹਾਲਤ ਜਿਹੜੀ ਕੰਡੀਸ਼ਨ ਸੀ ਉਹ ਬਹੁਤ ਖਰਾਬ ਸੀ। ਸੰਗਤਾਂ ਵੱਲੋਂ, ਪ੍ਰਬੰਧਕਾਂ ਵੱਲੋਂ, ਕਮੇਟੀ ਵਾਲਿਆਂ ਵੱਲੋਂ, ਇਹਨਾਂ ਸੇਵਾਦਾਰਾਂ ਵੱਲੋਂ ਇਹ ਸ਼ੀਸ਼ੇ ਨੂੰ ਇੱਥੇ ਸਾਰਾ ਪਹਿਲਾਂ ਮੈਟ ਦੇ ਉੱਪਰ, ਇਸ ਜਗ੍ਹਾ ਦੇ ਉੱਪਰ ਸ਼ੀਸ਼ਾ ਸੀਗਾ ਜਿਹਨੂੰ ਕਲੈਕਟ ਕੀਤਾ ਗਿਆ। ਬਾਅਦ 'ਚੋਂ ਸਫਾਈ ਕੀਤੀ ਗਈ ਸੇਵਾਦਾਰਾਂ ਵੱਲੋਂ ਤੇ ਬਾਅਦ ਵਿੱਚ ਇੱਥੇ ਟੀਨਾਂ ਦਾ ਪ੍ਰਬੰਧ ਕੀਤਾ ਗਿਆ, ਟੀਨਾਂ ਲਾਈਆਂ ਗਈਆਂ ਤੇ ਬਾਅਦ ਵਿੱਚ ਇਸ 'ਤੇ ਪਰਦੇ ਲਾ ਦਿੱਤੇ ਗਏ। ਹੁਣ ਆਪ ਜੀ ਦੀ ਗੱਲ ਕਰਾਈ ਜਾਏਗੀ। ਇੱਥੋਂ ਦੇ ਗੁਰੂ ਘਰ ਦੇ ਜੋ ਸੇਵਾਦਾਰ ਗ੍ਰੰਥੀ ਸਿੰਘ ਦੀ ਡਿਊਟੀ ਨਿਭਾ ਰਹੇ ਹਨ ਉਹਨਾਂ ਨਾਲ ਗੱਲਬਾਤ ਕਰਾਈ ਜਾਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਆਪ ਜੀ ਦਾ ਸ਼ੁਭ ਨਾਮ ਜੀ? ਮੇਰਾ ਨਾਮ ਹਰਦੀਪ ਲਾਲ ਜੀ, ਤੁਸੀਂ ਕੱਲ ਜੋ ਸੰਡੇ ਦਾ ਦਿਨ, ਐਤਵਾਰ ਦਾ ਦਿਨ ਲੰਘ ਕੇ ਗਿਆ ਆ, ਉਸ ਵਿੱਚ ਇਸ ਵਾਰਦਾਤ ਨੂੰ ਕਿਸੇ ਨੂੰ ਗੁਰੂ ਘਰ ਦੇ ਨਾਲ ਸ਼ਰਾਰਤ ਕੀਤੀ ਗਈ, ਕਿਸੇ ਵੱਲੋਂ ਇੱਥੇ ਗੁਰੂ ਘਰ ਦੇ ਸ਼ੀਸ਼ੇ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਸ ਵੇਲੇ ਤੁਸੀਂ ਜਿਸ ਸਮੇਂ ਵਾਰਦਾਤ ਹੋਈ ਉਸ ਸਮੇਂ ਤੁਸੀਂ ਕਿੱਥੇ ਸੀ? ਸਾਧ ਸੰਗਤ ਜੀ, ਅਸੀਂ ਉਸ ਸਮੇਂ ਆਪਣੇ ਰੂਮ, ਜੋ ਸਾਡੇ ਗੁਰੂ ਘਰ ਵੱਲੋਂ ਰੂਮ ਸਾਨੂੰ ਦਿੱਤਾ ਗਿਆ, ਅਸੀਂ ਉਸ ਰੂਮ ਵਿੱਚ ਆਪਣਾ ਰਾਤ ਦੇ ਵੇਲੇ ਆਰਾਮ ਕਰ ਰਹੇ ਸਨ। ਤਕਰੀਬਨ 1:40-50 ਦਾ ਟਾਈਮ ਸੀ ਤੇ ਕੁਝ ਬਾਹਰ ਖੜਾਕ ਹੋਇਆ, ਸ਼ੀਸ਼ੇ ਤੋੜਨ ਦੀ ਆਵਾਜ਼ ਆਈ ਤਾਂ ਅਸੀਂ ਤੁਰੰਤ ਉੱਠਦਿਆਂ ਸਾਰ ਹੀ ਅਸੀਂ ਗੁਰੂ ਘਰ ਦੇ ਲਾਗੇ ਜੋ ਸੇਵਾਦਾਰ ਸਾਡੇ ਰਹਿੰਦੇ ਹਨ ਉਹਨਾਂ ਨੂੰ ਫੋਨ ਕੰਟੈਕਟ ਕੀਤੇ ਤੇ ਉਹਨਾਂ ਨੂੰ ਕਿਹਾ ਕਿ ਭਾਈ ਗੁਰੂ ਘਰ ਆ ਗੱਲਬਾਤ ਹੋ ਗਈ ਹੈ ਤਾਂ ਤੁਸੀਂ ਆ ਕੇ ਬਾਹਰ ਦੇਖੋ ਕਿੰਨੇ ਕੁ ਬੰਦੇ ਆ। ਤਾਂ ਗੁਰੂ ਪਿਆਰੀ ਸਾਧ ਸੰਗਤ ਜਦੋਂ ਸ਼ੀਸ਼ੇ ਤੋੜੇ ਤਾਂ ਸ਼ੀਸ਼ੇ ਤੋੜੇ ਆਵਾਜ਼ ਆਈ। ਉਸ ਤੋਂ ਬਾਅਦ ਜੋ ਸ਼ਰਾਰਤੀ ਅਨਸਰ ਸੀ ਉਹਨਾਂ ਨੇ ਆਪਣੀ ਗੱਡੀ ਸਟਾਰਟ ਕੀਤੀ ਔਰ ਉਹ ਚਲੇ ਗਏ। ਉਸ ਤੋਂ ਬਾਅਦ ਅਸੀਂ 3 ਸੇਵਾਦਾਰ ਗੁਰੂ ਘਰ ਰਹਿੰਦੇ ਹਾਂ ਤੇ ਅਸੀਂ ਵੇਖਿਆ ਕਿ ਬਾਹਰ ਜਦੋਂ ਅਸੀਂ ਨਿਕਲੇ ਤਾਂ ਸ਼ੀਸ਼ੇ ਕਾਫੀ ਟੁੱਟੇ ਹੋਏ ਸੀ, ਕਾਫੀ ਨੁਕਸਾਨ ਹੋਇਆ। ਉਸ ਤੋਂ ਬਾਅਦ ਉਪਰੰਤ ਅਸੀਂ ਆਪਣੇ ਗੁਰੂ ਘਰ ਦੇ ਪ੍ਰਬੰਧਕ ਸੇਵਾਦਾਰਾਂ ਨੂੰ ਫੋਨ ਲਾਇਆ ਤੇ ਸੇਵਾਦਾਰਾਂ ਨੇ ਤੁਰੰਤ ਆ ਕੇ ਸਾਰਾ ਕਾਰਵਾਈ ਕੀਤੀ। ਉਸ ਤੋਂ ਬਾਅਦ ਸੇਵਾਦਾਰ ਸਾਡੇ ਥਾਣੇ ਗਏ, ਥਾਣੇ ਜਾ ਕੇ ਥਾਣੇਦਾਰਾਂ ਨਾਲ ਉੱਥੇ ਗੱਲਬਾਤ ਕਰਕੇ ਉਹਨਾਂ ਨੇ ਰਿਪੋਰਟ ਦਰਜ ਕੀਤੀ। ਉਸ ਤੋਂ ਬਾਅਦ ਪੁਲਿਸ ਆਈ, ਉਹਨਾਂ ਨੇ ਆਪਣੀ ਕਾਰਵਾਈ ਸ਼ੁਰੂ ਕੀਤੀ। ਤਾਂ ਥੋੜ੍ਹੇ ਸਮੇਂ ਅੰਦਰ ਹੀ ਇਸ ਘਟਨਾ ਤੋਂ ਅੰਦਰ ਹੀ ਥੋੜ੍ਹੇ ਸਮੇਂ ਬਾਅਦ ਸਾਡੇ ਲਾਗੇ ਗੁਰੂ ਘਰ ਦਸ਼ਮੇਸ਼ ਸਿੰਘ ਸਭਾ ਗੁਰੂ ਘਰ, ਉੱਥੇ ਵੀ ਇਹ ਵਾਰਦਾਤ ਹੋਈ ਹੈ। ਤਾਂ ਇਸ ਵਾਰਦਾਤ ਦੀ ਪਤਾ ਕੋਈ ਨਹੀਂ ਲੱਗਿਆ ਵੀ ਕਿਸ ਨੇ ਕੀਤੀ ਹੈ, ਕੋਈ ਜਾਣ ਪਛਾਣ ਨਹੀਂ, ਕਿਉਂਕਿ ਅਸੀਂ ਦੇਖੇ ਨਹੀਂ ਬੰਦੇ ਹੈਗੇ, ਇਸ ਕਰਕੇ ਅਸੀਂ ਕਿਸੇ 'ਤੇ ਸ਼ੱਕ ਨਹੀਂ ਕਰ ਸਕਦੇ। ਤਾਂ ਇਹੀ ਪੁਲਿਸ ਵੱਲੋਂ ਸਾਰੀ ਕਾਰਵਾਈ ਜਾਰੀ ਹੈ। ਅਜੇ ਤੱਕ ਇਸ ਦਾ ਕੋਈ ਪਤਾ ਨਹੀਂ ਲੱਗਿਆ ਔਰ ਗੁਰੂ ਘਰ ਦਾ ਨੁਕਸਾਨ ਵੀ ਕਾਫੀ ਹੋ ਚੁੱਕਾ ਹੈ। ਜੀ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ, ਮੈਂ ਤੁਹਾਨੂੰ ਕੋਈ ਸਵਾਲ ਪੁੱਛਦਾ ਵੀ ਜਿਸ ਸਮੇਂ ਤੁਸੀਂ ਉਹਨਾਂ ਨੂੰ ਜੋ ਨੇੜੇ ਰਹਿੰਦੇ ਆ ਤੁਸੀਂ ਦੱਸਦੇ ਜੇ, ਜਿਹੜੇ ਨੇੜੇ ਰਹਿੰਦੇ ਆ ਉਹ ਜਿਹੜੇ ਵੀ ਸੇਵਾਦਾਰ ਆ ਕੋਈ ਕੰਮ ਕਰਦੇ ਜਾਂ ਕਿਸ ਤਰ੍ਹਾਂ, ਜਿਸ ਵੇਲੇ ਤੁਸੀਂ ਉਹਨਾਂ ਨੂੰ ਫੋਨ ਲਾਇਆ ਉਹ ਬਾਹਰ ਨਿਕਲੇ, ਉਹਨਾਂ ਦੇ ਬਾਹਰ ਨਿਕਲਦੇ ਆ ਤੁਸੀਂ ਬਾਹਰ ਨਿਕਲ ਕੇ ਕਿ ਤੁਸੀਂ ਕੁਝ ਸਮਾਂ ਬਾਹਰ ਆਪਣੇ ਕਮਰੇ ਚੋਂ ਨਿਕਲੇ, ਕਿਸ ਹਿਸਾਬ ਨਾਲ ਉਹਨਾਂ ਨਾਲ ਗੱਲਬਾਤ ਕੀਤੀ, ਉਹਨਾਂ ਤੁਹਾਨੂੰ ਕੀ ਦੱਸਿਆ, ਕੀ ਜਾਣਕਾਰੀ ਉਹਨਾਂ ਨੇ ਦਿੱਤੀ, ਸਾਨੂੰ ਉਸ ਬਾਰੇ ਚਾਨਣਾ ਪਾਓ ਥੋੜਾ ਜਿਹਾ। ਅਸੀਂ ਜਦੋਂ ਉਹਨਾਂ ਨੂੰ ਫੋਨ ਲਾਇਆ ਤਾਂ ਤਕਰੀਬਨ ਉਹਨਾਂ ਨੇ ਦੂਰ ਖੜੇ ਹੀ, ਲਾਗੇ ਸਾਡੇ ਕੰਮ ਕਰਦੇ ਮੁੰਡੇ, ਉਹਨਾਂ ਨੇ ਦੂਰ ਖੜੇ ਹੀ ਵੇਖਿਆ ਕਿ ਇੱਕ ਗੱਡੀ ਸੀ ਔਰ ਉਹਨੇ ਗੱਡੀ ਜਾਂਦੀ ਵੇਖੀ ਹੈ ਜਿਸ ਗੱਡੀ 'ਚ ਹਮਲਾਵਰ ਆਏ। ਤੇ ਅਸੀਂ ਗੱਡੀ ਜਾਣ ਤੋਂ ਬਾਅਦ ਅਸੀਂ ਤਕਰੀਬਨ ਉਹਨਾਂ ਤੋਂ ਪਹਿਲਾਂ ਅਸੀਂ ਬਾਹਰ ਆ ਗਏ ਸੀਗੇ। ਆ ਕਰਕੇ ਅਸੀਂ ਵੇਖਿਆ ਤਾਂ ਗੱਡੀ ਜਾ ਚੁੱਕੀ ਸੀ ਔਰ ਫਿਰ ਨਾਲ ਦੇ ਮੁੰਡੇ ਹੋਰ ਸੇਵਾਦਾਰ ਆਏ, 4-5 ਜਣੇ ਉਸ ਸਮੇਂ ਸਾਡੇ ਕੋਲ ਪਹੁੰਚ ਗਏ ਔਰ ਸਾਰਾ ਕਾਰਵਾਈ ਦੇਖੀ। ਉਸ ਤੋਂ ਬਾਅਦ ਅਸੀਂ ਸਾਰੇ ਪ੍ਰਬੰਧਕਾਂ ਨੂੰ ਫੋਨ ਲਾਇਆ, ਉਹ ਵੀ ਸਾਡੇ ਕੋਲ ਸਮੇਂ ਸਿਰ ਪਹੁੰਚ ਗਏ। ਜੀ, ਜਿਸ ਵੇਲੇ ਤੁਸੀਂ ਪ੍ਰਬੰਧਕਾਂ ਨੂੰ ਫੋਨ ਲਾਇਆ, ਪ੍ਰਬੰਧਕਾਂ ਨੇ ਉਸੇ ਵੇਲੇ ਜਾ ਕੇ ਜਿਸ ਵੇਲੇ ਤੁਹਾਡਾ ਫੋਨ ਅਟੈਂਡ ਕੀਤਾ, ਜਿਸ ਵੇਲੇ ਤੁਹਾਨੂੰ ਉਹਨਾਂ ਦਾ ਫੋਨ ਰਿਸੀਵ ਤੁਹਾਡਾ ਕੀਤਾ, ਉਹ ਉਸ ਵੇਲੇ ਉਸੇ ਸਮੇਂ ਗੁਰੂ ਘਰ ਪਹੁੰਚ ਕੇ ਕਿ ਸਿੱਧੇ ਥਾਣੇ ਗਏ? ਨਹੀਂ ਜੀ, ਉਹ ਜਦੋਂ ਅਸੀਂ ਫੋਨ ਕੀਤਾ ਸਭ ਤੋਂ ਪਹਿਲਾਂ ਉਹ ਗੁਰੂ ਘਰ ਆਏ, ਉਹਨਾਂ ਨੇ ਆ ਕੇ ਦੇਖਿਆ ਸਾਰਾ ਟੁੱਟਿਆ ਭੱਜਿਆ ਜੋ ਵੀ ਕੱਚ ਸ਼ੀਸ਼ਾ ਸਾਡੇ ਨੁਕਸਾਨ ਹੋਇਆ ਦੇਖਿਆ। ਉਸ ਤੋਂ ਬਾਅਦ ਉਹ ਸਾਡੇ ਕੋਲ ਕਾਫੀ ਸਮਾਂ ਖੜੇ ਰਹੇ। ਉਸ ਤੋਂ ਬਾਅਦ ਸਾਡੇ ਨਾਲ 2-4 ਸੇਵਾਦਾਰ ਹੋਰ ਨਾਲ ਲੈ ਕੇ ਗੱਡੀ 'ਚ ਫਿਰ ਉਹ ਥਾਣੇ ਗਏ, ਉਹਨਾਂ ਨੇ ਆਪਣਾ ਉੱਥੇ ਥਾਣੇ ਰਿਪੋਰਟ ਦਰਜ ਕਰਵਾਈ। ਜੀ, ਜਿਸ ਵੇਲੇ ਹਮਲਾ ਹੋਇਆ ਉਹਨਾਂ ਨੇ ਹਮਲਾਵਰਾਂ ਨੇ ਹਮਲੇ ਨੂੰ ਅੰਜਾਮ ਦਿੱਤਾ। ਜਿਸ ਵੇਲੇ ਉਹ ਹਮਲਾ ਕਰਕੇ ਨਿਕਲਣ ਲੱਗੇ, ਜਿਸ ਵੇਲੇ ਉਹਨਾਂ ਮੁੰਡਿਆਂ ਨੇ ਉਹਨਾਂ ਨੂੰ ਜਾਂਦਿਆਂ ਵੇਖਿਆ, ਕੀ ਕਿਸੇ ਤਰ੍ਹਾਂ ਕੋਈ ਗੱਡੀ ਦੀ ਪਛਾਣ ਕਰ ਸਕਦੇ ਆ
ਕਿਸੇ ਤਰ੍ਹਾਂ ਦਾ ਕੋਈ ਨੰਬਰ ਪਲੇਟ ਕਿਸੇ ਮੁੰਡੇ ਨੇ ਵੇਖੀ ਆ ਵੀ ਜਿੱਤੋਂ ਉਹਨਾਂ ਦੀ ਪਛਾਣ ਹੋ ਸਕੇ ਕੌਣ ਆ ਕੌਣ ਨਹੀਂ ਆ, ਕਿਸ ਧਰਮ ਦੇ ਆ, ਕੌਣ ਆ। ਕਿਉਂਕਿ ਇਹੋ ਜਿਹੇ ਜੋ ਲੋਕ ਇਹੋ ਜਿਹੇ ਕੰਮ ਕਰਦੇ ਹਨ, ਇਹੋ ਜਿਹੀਆਂ ਵਾਰਦਾਤਾਂ ਨੂੰ, ਕਿਸੇ ਵੀ ਧਾਰਮਿਕ ਸਥਾਨ ਨੂੰ, ਕਿਸੇ ਪ੍ਰਕਾਰ ਦੇ ਵੀ ਧਾਰਮਿਕ ਸਥਾਨ ਨੂੰ ਜੋ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ, ਉਹਨਾਂ ਦਾ ਮੈਂ ਆਪ ਜੀ ਦੇ ਅਪੀਲ ਕਰਦਾ, ਆਪ ਜੀ ਨੂੰ ਬੇਨਤੀ ਕਰਦਾ ਵੀ ਉਹਨਾਂ ਦਾ ਕੋਈ ਧਰਮ ਨਹੀਂ, ਕੋਈ ਉਹਨਾਂ ਦਾ ਮਜ਼ਹਬ ਨਹੀਂ ਹੁੰਦਾ, ਕਿਉਂਕਿ ਇਹੋ ਜਿਹਾ ਕੰਮ ਕਰਨ ਵਾਸਤੇ ਉਹ ਸ਼ੈਤਾਨ ਦਾ ਰੂਪ ਹੁੰਦੇ ਹਨ, ਉਹਨਾਂ ਦਾ ਕੋਈ ਦੀਨ ਇਮਾਨ ਨਹੀਂ ਹੁੰਦਾ ਜੀ। ਜਿਸ ਵੇਲੇ ਉਹ ਗਏ ਉੱਥੇ ਜਾ ਕੇ ਉਹਨਾਂ ਨੇ ਥਾਣੇ ਜਾ ਕੇ ਰਿਪੋਰਟ ਲਿਖਾਈ ਆ, ਉਸ ਵੇਲੇ ਬੈਠਿਆਂ ਹੀ ਉਹਨਾਂ ਦੇ ਦੂਸਰੇ ਗੁਰੂ ਘਰ ਵੱਲੋਂ ਫੋਨ ਆ ਗਿਆ। ਜੀ ਹਾਂ, ਜਿਸ ਵੇਲੇ ਸਾਡੇ ਸੇਵਾਦਾਰ ਥਾਣੇ ਪਹੁੰਚੇ ਥੋੜੇ ਸਮੇਂ ਬਾਅਦ ਹੀ ਦੂਸਰੇ ਗੁਰੂ ਘਰੋਂ ਉਹਨਾਂ ਨੂੰ ਕਾਲ ਆਈ ਕਿ ਇੱਧਰ ਵੀ ਵਾਰਦਾਤ ਹੋ ਚੁੱਕੀ ਹੈ ਤੇ ਥੋੜੇ ਸਮੇਂ ਅੰਦਰ ਹੀ ਪੁਲਿਸ ਨੇ ਫਾਇਰਿੰਗ, ਉੱਥੇ ਹਮਲਾਵਰਾਂ ਨੇ ਫਾਇਰਿੰਗ ਵੀ ਕੀਤੀ ਕੁਝ, ਤਾਂ ਫੋਨ ਆਇਆ ਤੇ ਉਸੇ ਸਮੇਂ ਹੀ ਕਾਫੀ ਪੁਲਿਸ ਘੁੰਮਣ ਫਿਰਨ ਲੱਗ ਪਈ। ਸਾਡੇ ਕੋਲ ਵੀ ਕੁਝ ਮੁਲਾਜ਼ਮ ਆਏ, ਪੁਲਿਸ ਵਾਲਿਆਂ ਨੇ ਸਾਡੇ ਕਾਫੀ ਕਾਰਵਾਈ ਕਰਦੇ ਰਹੇ, ਪੁੱਛਗਿੱਛ ਕੀਤੀ, ਤਾਂ ਪਰ ਅਜੇ ਤੱਕ ਕੁਝ ਪਤਾ ਨਹੀਂ ਲੱਗਾ ਵੀ ਕੌਣ ਸੀ ਉਹ ਲੋਕ, ਕਿਸ ਤਰ੍ਹਾਂ ਸੀਗਾ ਜੀ। ਵਾਹਿਗੁਰੂ ਜੀ, ਜਿਸ ਵੇਲੇ ਉਹਨਾਂ ਸ਼ੀਸ਼ੇ ਤੋੜਤੇ, ਕੋਈ ਬੁਲਟ ਦਾ ਕੋਈ ਨਿਸ਼ਾਨ ਤਾਂ ਨਹੀਂ ਕੋਈ ਆਇਆ ਉਹਨਾਂ ਵੱਲੋਂ? ਕੁਛ ਤੁਸੀਂ ਅੰਦਾਜ਼ਾ ਲਾ ਸਕਦੇ, ਖੜਾਕ ਤੋਂ ਅੰਦਾਜ਼ਾ ਲਾ ਸਕਦੇ ਵੀ ਕਿਸ ਤਰ੍ਹਾਂ ਉਹਨਾਂ ਸ਼ੀਸ਼ੇ ਤੋੜੇ? ਕੋਈ ਰੋਡ ਮਾਰੀ ਆ, ਕੋਈ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਆ, ਕੋਈ ਪੱਥਰ ਮਾਰਿਆ, ਕੋਈ ਚੀਜ਼ ਮਾਰੀ, ਐਦਾਂ ਦਾ ਕੋਈ ਤੁਸੀਂ ਸੋਚ ਸਕਦੇ ਜੇ ਵੀ ਕਿਸ ਤਰ੍ਹਾਂ ਉਹਨਾਂ ਨੁਕਸਾਨ ਕੀਤਾ? ਜੀ ਉਹਨਾਂ ਨੇ ਇਸ ਤਰ੍ਹਾਂ ਮਤਲਬ ਪ੍ਰਤੀਤ ਹੁੰਦਾ ਸੀ ਜਿਸ ਤਰ੍ਹਾਂ ਉਹਨਾਂ ਕੋਲ ਲੋਹੇ ਦੀਆਂ ਰਾਡਾਂ ਹੋਣ, ਰਾਡਾਂ ਦੇ ਨਾਲ, ਕਿਉਂਕਿ ਸ਼ੀਸ਼ੇ ਭੰਨੇ, ਕਿਉਂਕਿ ਸ਼ੀਸ਼ੇ ਕਾਫੀ ਮੋਟੇ ਸਨ, ਇਸ ਕਰਕੇ ਇਹ ਸੀ ਪ੍ਰਤੀਤ ਹੁੰਦਾ ਵੀ ਉਹਨਾਂ ਦੇ ਕੋਲ ਭਾਰੀ ਹਥਿਆਰ ਸੀਗੇ ਜਿਨ੍ਹਾਂ ਦੇ ਨਾਲ ਉਹਨਾਂ ਨੇ ਕਾਫੀ ਨੁਕਸਾਨ ਪਹੁੰਚਾਇਆ ਔਰ ਸਾਡੇ ਜਿਹੜੇ ਗੁਰੂ ਘਰ ਦੇ ਸ਼ੀਸ਼ੇ ਸੀ ਭੰਨੇ। ਜੀ ਵਾਹਿਗੁਰੂ ਜੀ, ਅੱਗੇ ਮੇਰਾ ਜੋ ਟੀਨਾਂ ਲਾਈਆਂ ਗਈਆਂ, ਇਹ ਟੀਨਾਂ ਕੱਲ੍ਹ ਹੀ ਤੁਸੀਂ ਕਿਸ ਸਮੇਂ ਦੇ ਲਾਗੇ, ਕਿਸ ਸਮੇਂ ਦੇ ਵਿੱਚ ਜੋ ਸੇਵਾਦਾਰ ਪ੍ਰਬੰਧਕ ਜੋ ਮੇਰੇ ਕੋਲ ਵੀ ਖਲੋਤੇ ਹਨ, ਜਿਨ੍ਹਾਂ ਨੇ ਉਪਰਾਲਾ ਕਰਕੇ ਇਹ ਜਲਦੀ ਤੋਂ ਜਲਦੀ ਟੀਨਾਂ ਲਾਤੀਆਂ, ਇਹ ਕਿਸ ਕਾਰਨ ਕਰਕੇ ਛੇਤੀ ਟੀਨਾਂ ਲਾਤੀਆਂ? ਪੁਲਿਸ ਵਾਲਿਆਂ ਵੱਲੋਂ ਕਿਹਾ ਗਿਆ ਵੀ ਤੁਸੀਂ ਇਹ ਸਫਾਈ ਕਰੋ ਕਿ ਤੁਸੀਂ ਆਪ ਉਹਨਾਂ ਕੋਲ ਪਰਮਿਸ਼ਨ ਲਈ ਵੀ ਅਸੀਂ ਸਫਾਈ ਕਰਕੇ ਇਹ ਲਾਉਣਾ ਚਾਹੁੰਦੇ ਆ, ਵੀ ਕਿਸ ਕਾਰਨ ਕਰਕੇ ਤੁਸੀਂ ਜਲਦੀ ਤੋਂ ਜਲਦੀ ਲਾਉਣ ਦੀ ਇਹਨਾਂ ਨੂੰ ਕੋਸ਼ਿਸ਼ ਕੀਤੀ? ਸੋ ਇਹ ਟੀਨਾਂ ਅਸੀਂ ਇਸ ਕਰਕੇ ਲਾਈਆਂ ਕਿਉਂਕਿ ਕੱਲ੍ਹ ਸ਼ਾਮ ਦੇ ਸਮੇਂ ਸਾਡੇ ਕੋਲ ਸੇਵਾਦਾਰ ਆਏ ਔਰ ਅਸੀਂ ਸਾਰਿਆਂ ਨੇ ਮਤਾ ਪਾਸ ਕੀਤਾ ਕਿ ਇਸ ਬੰਦ ਕਰਨਾ ਚਾਹੀਦਾ ਕਿਉਂਕਿ ਦਰਬਾਰ ਸਾਹਿਬ ਹੈ, ਕੋਈ ਵੀ ਜਾਨਵਰ ਵਗੈਰਾ ਅੰਦਰ ਆ ਸਕਦਾ ਹੈ। ਇਸ ਕਰਕੇ ਸਾਡੇ ਸੇਵਾਦਾਰਾਂ ਨੇ ਕੱਲ੍ਹ ਸ਼ਾਮ ਹੀ ਇਹ ਟੀਨਾਂ ਜੜ ਦਿੱਤੀਆਂ ਗਈਆਂ ਇੱਥੇ ਤੇ ਬਹੁਤ ਵਧੀਆ ਹੋਇਆ। ਤੇ ਅਸੀਂ ਉਹ ਜਿਹੜਾ ਕੱਚ ਸੀ ਸਾਰਾ ਇਹ ਸਿਪਾਹੀ ਵਾਲਿਆਂ ਨੂੰ ਪੁੱਛਿਆ ਕਿ ਅਸੀਂ ਹੁਣ ਇਹ ਸਮੇਟ ਲਈਏ, ਉਹਨਾਂ ਨੇ ਕਿਹਾ ਕਿ ਹੁਣ ਕੋਈ ਗੱਲਬਾਤ ਨਹੀਂ, ਅਸੀਂ ਜੋ ਆਪਣੇ ਸ਼ੂਟ ਲੈਣੇ ਸੀ, ਜੋ ਲਿਖ ਲਿਖਾਈ ਕਰਨੀ ਸੀ ਕਰ ਲਈ ਹੈ ਔਰ ਤੁਸੀਂ ਆਪਣਾ ਇਹ ਕੱਚ ਸਾਰਾ ਸਮੇਟ ਸਕਦੇ ਹੋ, ਸਫਾਈ ਕਰ ਸਕਦੇ ਹੋ। ਇਸ ਕਰਕੇ ਅਸੀਂ ਸਾਰੀ ਇਹ ਸਫਾਈ ਕੀਤੀ। ਕੱਲ੍ਹ ਹੀ ਸੇਵਾਦਾਰਾਂ ਨੂੰ ਗੁਰੂ ਘਰ ਸੱਦਿਆ ਔਰ ਸਫਾਈ ਕਰਕੇ ਇਹ ਸ਼ਾਮ ਤੱਕ ਟੀਨਾਂ ਜਿਹੜੀਆਂ ਹੈ ਲਗਾ ਦਿੱਤੀਆਂ ਗਈਆਂ। ਪੁਲਿਸ ਵੱਲੋਂ ਕੋਈ ਪ੍ਰੋਟੈਕਸ਼ਨ ਦਿੱਤੀ ਗਈ ਆ, ਕੋਈ ਸੇਫਟੀ ਦਿੱਤੀ ਗਈ, ਕੋਈ ਪੁਲਿਸ ਤੁਹਾਡੇ ਕੋਲ ਆ ਕੇ ਇਨਕੁਆਇਰੀ ਕਰ ਰਹੀ ਆ, ਕਿਸੇ ਪ੍ਰਕਾਰ ਦੀ ਕੋਈ ਆ ਕੇ ਤੁਹਾਡੇ ਕੋਲ ਪੁਲਿਸ ਦਾ ਗਾਰਡ ਕੋਈ ਖਲੋਣ ਡਿਆ ਵਾ ਤੁਹਾਡੀ ਰਾਖੀ ਵਾਸਤੇ, ਕਿ ਰਾਤ ਕੋਈ ਖਲੋਤਾ ਆ ਕਿ ਨਹੀਂ ਖਲੋਤਾ? ਕੋਈ ਪੁਲਿਸ ਵੱਲੋਂ ਕੋਈ ਕਾਰਵਾਈ ਹੋਰ ਕੀਤੀ ਜਾ ਰਹੀ ਆ ਕਿ ਆਪ ਜੀ ਇਸ ਬਾਰੇ ਕੀ ਕਹਿਣਾ ਚਾਹ ਰਹੇ? ਪੁਲਿਸ ਵਾਲੇ ਸਾਡੇ ਕੋਲ ਕੱਲ੍ਹ ਤਾਂ ਸਾਰੀ ਦਿਹਾੜੀ ਕੋਈ ਨਾ ਕੋਈ ਤੁਰਿਆ ਰਿਹਾ, ਆਉਂਦੇ ਰਹੇ, ਪੁੱਛਗਿੱਛ ਕਰਦੇ ਰਹੇ ਤੇ ਅੱਜ ਕੋਈ ਵੀ ਨਹੀਂ ਆਇਆ ਜੀ। ਤੇ ਇਸ ਕਰਕੇ ਮਤਲਬ ਅੱਜ ਸਾਡੇ ਕੋਲ ਕੋਈ ਵੀ ਨਹੀਂ ਪਹੁੰਚਾ, ਨਾ ਉਹਨਾਂ ਨੇ ਕੋਈ ਰਾਤੀ ਕੋਈ ਮਤਲਬ ਗਾਰਡ ਹੈ ਨਹੀਂ ਸੀਗਾ ਕੋਈ ਵੀ ਸਮੇਂ ਤੇ, ਕਿਉਂਕਿ ਜਿਸ ਤਰ੍ਹਾਂ ਚਾਹੀਦਾ ਸੀ, ਕਿਉਂਕਿ ਵਾਰਦਾਤ ਹੋਈ ਆ ਉਹਨਾਂ ਨੂੰ ਚੱਕਰ ਮਾਰਨਾ ਜਾਂ ਕਿਸ ਤਰ੍ਹਾਂ ਦਾ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ। ਜਿਹੜੇ ਚੱਕਰ ਲਾਏ ਉਹ ਕੱਲ੍ਹ ਹੀ ਲਾਏ ਹੈ ਪੁਲਿਸ ਵਾਲਿਆਂ ਨੇ, ਤਾਂ ਇਸ ਕਰਕੇ ਅੱਜ ਕੋਈ ਵੀ ਨਹੀਂ ਆਇਆ ਸਾਡੇ ਕੋਲ। ਨਾਲ ਹੀ ਗ੍ਰੰਥੀ ਸਿੰਘ ਹੁਣਾਂ ਦੇ ਕੋਲ ਖਲੋਤੇ ਸਿੰਘ ਸਾਹਿਬ ਨਾਲ ਗੱਲ ਕਰਾਵਾਂਗੇ, ਇਹਨਾਂ ਨੇ ਵੀ ਉਸ ਵੇਲੇ ਬਾਅਦ ਵਿੱਚ ਮੌਕੇ ਤੇ ਆਣ ਕੇ ਇੱਥੇ ਮੌਕਾ ਦੇਖਿਆ, ਉਹਨਾਂ ਨਾਲ ਗੱਲ ਕਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਮਹਾਰਾਜ ਜੀ, ਆਪ ਜੀ ਦਾ ਸ਼ੁਭ ਨਾਮ? ਮੈਨੂੰ ਰਛਪਾਲ ਰਾਮ ਹੈ ਜੀ, ਉੱਦਾਂ ਮੈਨੂੰ ਰਾਣਾ ਕਹਿੰਦੇ ਇੱਥੇ ਜਾ ਕੇ। ਰਛਪਾਲ ਰਾਮ ਰਾਣਾ ਕਹਿੰਦੇ? ਹਾਂਜੀ ਜੀ। ਰਛਪਾਲ ਰਾਮ ਜੀ, ਜਿਸ ਵੇਲੇ ਆਪ ਜੀ ਨੂੰ ਪਤਾ ਲੱਗਾ ਹਾਂਜੀ ਵੀ ਗੁਰੂ ਘਰ ਦੇ ਵਿੱਚ ਇਹੋ ਜਿਹਾ ਹਮਲਾਵਰਾਂ ਵੱਲੋਂ ਹਮਲਾ ਕੀਤਾ ਗਿਆ, ਉਸ ਵੇਲੇ ਤੁਸੀਂ ਕੀ ਮਹਿਸੂਸ ਕੀਤਾ ਵੀ ਇਹ ਕੀ ਕੀਤਾ ਉਹਨਾਂ ਨੇ? ਕਿਸ ਤਰ੍ਹਾਂ ਦੀ ਤੁਹਾਨੂੰ ਫੀਲਿੰਗ ਹੋਈ? ਕਿਸ ਤਰ੍ਹਾਂ ਦਾ ਤੁਹਾਡੇ ਦਿਲ ਨੂੰ ਠੇਸ ਪਹੁੰਚੀ? ਤੁਸੀਂ ਕੀ ਕਹਿ ਸਕਦੇ ਇਸ ਬਾਰੇ? ਮੈਂ ਇੱਥੋਂ ਦੂਰ ਰਹਿੰਦਾ ਜੀ 15 ਕਿਲੋਮੀਟਰ ਤੇ ਜੀ। ਰਾਤ ਨੂੰ ਮੈਨੂੰ 2:15 ਵਜੇ ਫੋਨ ਕੀਤਾ ਮੁੰਡੇ ਨੇ ਜੀ। ਉੱਥੋਂ ਆਉਣਾ ਵੀ ਬਹੁਤ ਔਖਾ, ਜੰਗਲ ਪੈਂਦਾ ਬਾਟੇ ਜੀ। ਤੇ ਮੇਰੀ ਗੁੱਡੀ ਹੈ ਮੇਰੇ ਨਾਲ ਰਹਿ ਰਹੀ, ਮੈਂ ਇਕੱਲਾ ਆ ਨਹੀਂ ਸਕਦਾ ਜੀ।
ਤੇ ਜਾਣੀ ਮਨ ਨੂੰ ਇੰਨੀ ਠੇਸ ਪਹੁੰਚੀ ਜੀ ਹੱਦੋਂ ਜ਼ਿਆਦਾ, ਜਿਹਦਾ ਕਿਹਾ ਨਹੀਂ ਕੁਛ ਜਾ ਸਕਦਾ। ਤੇ ਫਿਰ ਦਿਨ ਚੜ੍ਹੇ ਮੈਂ 8 ਵਜੇ ਆਇਆ ਸੀਗਾ, ਤੇ ਸਾਡੇ ਭਰਾ ਜਿਹੜੇ ਸੇਵਾਦਾਰ ਆ ਉਹ ਸ਼ੀਸ਼ਾ ਇਕੱਠਾ ਕਰਨ ਲੱਗੇ ਹੋ ਸੀਗੇ, ਜੀ ਤੇ ਅਸੀਂ ਵੀ ਜਿੰਨਾ ਕੁ ਹੋਇਆ ਨਾਲ ਕਰਾਇਆ ਉਹਨਾਂ ਦੇ ਨਾਲ। ਜੀ ਜਾਣੀ ਮਨ ਨੂੰ ਬਹੁਤ ਦੁੱਖ ਹੋਇਆ। ਮੈਸੀ ਵਾਲੇ ਵੀ ਕੱਲ ਆ ਕੇ ਗਏ ਆ, ਜੀ ਕੱਲ ਮੇਰੇ ਖਿਆਲ ਅੱਜ ਵੀ ਆਏ ਮੈਸੀ ਵਾਲੇ, ਜੀ। ਅੱਜ ਸਵੇਰੇ ਵੀ ਆਏ ਉਹ। ਜੀ ਤੇ ਮਤਲਬ ਜਿਹੜੀ ਸਿਕਿਉਰਿਟੀ ਦੀ ਗੱਲ ਅਸੀਂ ਕਰਦੇ ਹਾਂ, ਸਿਕਿਉਰਿਟੀ ਤਾਂ ਇੰਨੀ ਠੋਸ ਹੈ ਨਹੀਂ ਇੱਥੇ। ਜੀ ਇਹਨਾਂ ਦਾ ਮੇਨ ਮੁੱਦਾ ਮਤਲਬ ਅਸੀਂ ਕਹਿੰਦੇ ਕੋਈ ਨਾ ਕੋਈ ਜੋ ਇਹਨਾਂ ਦੀ ਸੇਫਟੀ, ਕੋਈ ਵੀ ਆ ਫੋਰਨਰ ਕਿਸੇ ਵੀ ਮੁਲਕ ਦੇ ਵਿੱਚ ਰਹਿ ਰਿਹਾ, ਉਹਦੀ ਸਭ ਤੋਂ ਜ਼ਰੂਰੀ ਆ ਜਾਨ। ਉਹ ਵਿਚਾਰਾ ਆਪਣੇ ਘਰ ਤੋਂ, ਦੇਸਾਂ ਤੋਂ, ਪ੍ਰਦੇਸਾਂ ਦਾ ਹੋ ਜਾਂਦਾ ਇੱਕ ਰੋਜੀ ਰੋਟੀ ਕਰਕੇ। ਸਿੱਖ ਭਾਈਚਾਰਾ, ਕੋਈ ਭਾਈਚਾਰੇ ਇੱਥੇ ਜਿੰਨੇ ਵੀ ਫੋਰਨਰ ਕਿਸੇ ਕੰਟਰੀਆਂ ਦੇ ਵਿੱਚ ਵੀ ਰਹਿ ਰਹੇ ਹਨ, ਉਹ ਆਪਣੀ ਰੋਜੀ ਰੋਟੀ ਵਾਸਤੇ ਪ੍ਰਦੇਸਾਂ ਵਿੱਚ ਫਿਰ ਰਹੇ ਹਨ, ਕਮਾਈ ਕਰ ਰਹੇ ਹਨ, ਹਾਰਡ ਵਰਕ ਕਰ ਰਹੇ ਹਨ। ਉਹਨਾਂ ਨੇ ਆਪਣੇ ਮਿਹਨਤ ਦੀ ਸਿੰਚੀ ਹੋਈ ਕਮਾਈ ਦੇ ਵਿੱਚੋਂ, ਇੱਕ ਆਪਣੇ ਖੂਨ ਪਸੀਨੇ ਦੀ ਕਮਾਈ ਦੇ ਵਿੱਚੋਂ ਇੱਕ ਇੱਕ ਸੈਂਟ, ਇੱਕ ਇੱਕ ਪਾਉਂਡ ਲਾ ਲਾ ਕੇ ਉਹਨਾਂ ਨੇ ਗੁਰੂ ਘਰ ਤਿਆਰ ਕੀਤੇ, ਜਿਹੜੇ ਗੁਰੂ ਘਰਾਂ ਦੇ ਵਿੱਚ ਅੱਜ ਇਹੋ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ, ਅਣਪਛਾਤੇ ਬੰਦਿਆਂ ਵੱਲੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ, ਜਿਹਦੇ ਨਾਲ ਵੀ, ਜਿਸ ਸਿੰਘ ਨਾਲ ਵੀ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਹਿਲੋਂ ਉਹਦਾ ਮਨ ਭਰਦਾ ਹੈ, ਉਸ ਤੋਂ ਬਾਅਦ ਵਿੱਚ ਉਹਦੇ ਕੋਲ ਛੇਤੀ ਗੱਲ ਨਹੀਂ ਹੁੰਦੀ। ਇਹ ਕੀ ਕਾਰਨ ਹੈ? ਸਾਨੂੰ ਸਿੱਖਾਂ ਨੂੰ ਸਾਰਿਆਂ ਨੂੰ ਜਾਗਰੂਕ ਹੋ ਕੇ, ਇਕੱਠਿਆਂ ਹੋ ਕੇ ਇਸ ਸਾਰੇ ਦੁੱਖ ਦੀ ਘੜੀ ਦਾ ਸਾਹਮਣਾ ਕਰਨਾ ਚਾਹੀਦਾ। ਮੇਰੀ ਸਾਰੀ ਸੰਗਤ ਨੂੰ, ਪੂਰੇ ਸਿੱਖ ਜਗਤ ਨੂੰ ਅਪੀਲ ਹੈ, ਹੱਥ ਜੋੜ ਕੇ ਅਪੀਲ ਹੈ ਮੇਰੀ ਸਾਰੇ ਸਿੱਖ ਜਗਤ ਨੂੰ, ਕਿ ਸਾਰੇ ਇਹਨਾਂ ਗੁਰੂ ਘਰ ਦੀਆਂ ਕਮੇਟੀਆਂ ਦਾ, ਇਹ ਗੁਰੂ ਘਰਾਂ ਦਾ, ਜਿਹੜੇ ਗੁਰੂ ਘਰਾਂ ਦੇ ਵਿੱਚ ਹੁਣ ਹਮਲਾ ਹੋਇਆ, ਉਹਨਾਂ ਦਾ ਵੱਧ ਤੋਂ ਵੱਧ ਪੂਰੇ ਵਰਲਡ ਦੇ ਵਿੱਚ ਇਹ ਸਿੱਖ ਚੈਨਲ ਆਪ ਜੀ ਨੂੰ ਦਿਖਾ ਰਿਹਾ, ਪੂਰੇ ਜੋਸ਼ ਨਾਲ, ਪੂਰੇ ਆਪਣੇ ਤਨ ਮਨ ਧਨ ਦੇ ਨਾਲ ਇਹਨਾਂ ਦੀ ਮਦਦ ਕੀਤੀ ਜਾਏ। ਕਿਉਂਕਿ ਆਪ ਜੀ ਕੰਡੀਸ਼ਨ ਵੇਖ ਰਹੇ ਹੋ ਕਿਸ ਤਰ੍ਹਾਂ ਦੀ ਗੁਰੂ ਘਰਾਂ ਦੀ ਕੰਡੀਸ਼ਨ ਹੈ। ਉਹਨਾਂ ਨੇ ਆਪਣੇ ਵਾਸਤੇ ਪ੍ਰਬੰਧ ਕੀਤਾ, ਜਲਦੀ ਤੋਂ ਜਲਦੀ ਇੱਕ ਲੋਹੇ ਦੀਆਂ ਟੀਨਾਂ ਨਾਲ ਹੀ ਲਾ ਲਈਆਂ, ਪਰ ਉਹਨਾਂ ਦਾ ਕਾਰਨ ਕੀ ਆ? ਕਮੇਟੀ ਵਾਲੇ ਐਡੀ ਛੇਤੀ ਨਹੀਂ ਮੈਨੇਜ ਕਰ ਸਕਦੇ। ਹੁਣ ਇਸ ਵੇਲੇ ਸਿਕਿਉਰਿਟੀ ਦੀ ਇਹਨਾਂ ਨੂੰ ਪ੍ਰੋਬਲਮ ਆ ਰਹੀ ਆ। ਇਹ ਕੀ ਹੋ ਰਿਹਾ ਹੈ ਦੁਨੀਆ ਦੇ ਉੱਤੇ, ਕਿਸੇ ਨੂੰ ਕੋਈ ਸਮਝ ਨਹੀਂ ਆ ਰਹੀ। ਹੁਣ ਆਪ ਜੀ ਨੂੰ ਇਹਨਾਂ ਦੇ ਸੱਜਣਾ ਦੇ ਨਾਲ ਅਸੀਂ ਇੰਟਰੋਡਿਊਸ ਕਰਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਸ਼ੁਭ ਨਾਮ ਜੀ? ਵਾਹਿਗੁਰੂ। ਪਰਮਜੀਤ ਸਿੰਘ। ਜੋ ਪਰਮਜੀਤ ਸਿੰਘ ਜੀ, ਆਪ ਜੀ ਇੱਥੇ ਕਿਸ ਪ੍ਰਕਾਰ ਦੀ ਡਿਊਟੀ ਨਿਭਾਉਂਦੇ ਹੋ? ਮੈਂ ਇਸ ਗੁਰੂ ਘਰ ਵਿੱਚ ਮੇਨ ਸੇਵਾਦਾਰ ਦੀ ਡਿਊਟੀ ਨਿਭਾ ਰਿਹਾ ਜੀ। ਅੱਛਾ, ਮੇਨ ਸੇਵਾਦਾਰ ਦੀ ਡਿਊਟੀ ਨਿਭਾ ਰਹੇ। ਜਿਸ ਵਕਤ ਆਪ ਜੀ ਨੂੰ ਪਤਾ ਲੱਗਾ, ਬਾਬਾ ਜੀ ਵੱਲੋਂ, ਗੁਰੂ ਘਰ ਦੇ ਗ੍ਰੰਥੀ ਸਿੰਘ ਵੱਲੋਂ ਆਪ ਜੀ ਨੂੰ ਕਾਲ ਕੀਤੀ ਗਈ, ਫੋਨ ਕੀਤਾ ਗਿਆ, ਉਸ ਵੇਲੇ ਜਿਸ ਵੇਲੇ ਤੁਸੀਂ ਆਏ, ਤੁਸੀਂ ਕੀ ਦ੍ਰਿਸ਼ ਵੇਖਿਆ, ਕੀ ਉਹ ਸਮਾਂ ਵੇਖਿਆ? ਰਾਤ ਨੂੰ ਤਕਰੀਬਨ 2 ਵਜੇ ਦੇ ਲਗਭਗ ਸਾਨੂੰ ਗਿਆਨੀ ਸਾਹਿਬ ਨੇ ਫੋਨ ਲਾਇਆ ਜੀ। ਅਸੀਂ 5-7 ਮਿੰਟਾਂ ਦੇ ਵਿੱਚ ਅਸੀਂ ਵੀ ਪਹੁੰਚ ਗਏ ਔਰ ਹੋਰ ਕਮੇਟੀ ਮੈਂਬਰ ਵੀ ਇੱਥੇ ਜਲਦੀ ਆ ਗਏ। ਜਦੋਂ ਆਏ ਤਾਂ ਇੱਥੇ ਗੁਰਦੁਆਰਾ ਸਾਹਿਬ ਦੇ ਸ਼ੀਸ਼ੇ ਜਿਹੜੇ ਭੰਨੇ ਪਏ ਸੀ, ਤਾਂ ਹੋਰ ਸੰਦ ਨਾਲ ਲੈ ਕੇ ਅਸੀਂ ਥਾਣੇ ਪਹੁੰਚ ਗਏ। ਥਾਣੇ ਜਾ ਕੇ ਅਸੀਂ ਜਾਣੀ ਕਿ ਉੱਥੇ ਦਰਖਾਸਤ ਦਿੱਤੀ। ਜਦੋਂ ਅਸੀਂ ਉੱਥੇ ਰਿਪੋਰਟ ਲਿਖਾ ਰਹੇ ਸੀ ਤਾਂ ਦੂਸਰੇ ਗੁਰਦੁਆਰੇ ਵੱਲੋਂ ਵੀ ਫੋਨ ਆ ਗਿਆ ਉੱਥੇ, ਤਾਂ ਵੀ ਉੱਥੇ ਵੀ ਗੋਲੀਆਂ ਚੱਲ ਗਈਆਂ। ਤਾਂ ਸਾਡੇ ਬੈਠਿਆਂ ਪੁਲਿਸ ਵਾਲਿਆਂ ਨੇ ਸਾਡੀ ਬਹੁਤ ਕਦਰ ਕੀਤੀ। ਉਹਨੀ 10-15 ਮਿੰਟਾਂ ਦੇ ਵਿੱਚ ਅਥੀਨਾ ਸ਼ਹਿਰ ਤੋਂ ਹੋਰ ਪੁਲਿਸ ਮੰਗਾ ਲਈ, ਤਾਂ ਬਹੁਤ ਜਲਦੀ ਤੋਂ ਜਲਦੀ ਇੱਥੇ ਪਹੁੰਚੇ ਆ। ਔਰ ਸਾਡੇ ਬੈਠਿਆਂ ਯਾਨੀ ਕਿ 15-20 ਮਿੰਟਾਂ ਦੇ ਵਿੱਚ ਪੁਲਿਸ ਵਾਲੇ ਇਸ ਗੁਰੂ ਘਰ ਵਿੱਚ ਪਹੁੰਚ ਗਏ ਸੀ। ਜੀ, ਜਿਸ ਤਰ੍ਹਾਂ ਸਿੰਘ ਸਾਹਿਬ ਦੱਸ ਰਹੇ ਹਨ ਕਿ ਇੱਥੋਂ ਐਥੀਨਾ ਜਿਸ ਨੂੰ ਬੋਲ ਰਹੇ ਹਨ, ਐਥਨਸ ਇੱਥੋਂ ਦੀ ਰਾਜਧਾਨੀ ਗ੍ਰੀਸ ਦੀ, ਜੋ ਕਿ ਇੱਥੋਂ 26 ਤੋਂ 27 ਕਿਲੋਮੀਟਰ ਦੀ ਦੂਰੀ ਦੇ ਉੱਤੇ ਪੈਂਦੀ ਆ। ਉਹਨਾਂ ਨੇ ਉੱਥੋਂ ਕਿਸੇ ਤਰ੍ਹਾਂ ਮੈਨੇਜ ਕਰਦੇ ਹੋਏ ਇੰਨੀ ਪੁਲਿਸ ਫੋਰਸ ਸੱਦੀ, ਇਹਨਾਂ ਦੀ ਉਸੇ ਵੇਲੇ ਮੌਕੇ 'ਤੇ ਮਦਦ ਕੀਤੀ। ਇਹ ਉਸ ਵੇਲੇ ਰਿਪੋਰਟ ਲਿਖਾ ਰਹੇ ਸਨ ਤੇ ਪੁਲਿਸ ਇੱਥੇ 10-5 ਮਿੰਟ ਦੇ ਵਿੱਚ ਇੱਥੇ ਕਾਫੀ ਹੱਦ ਦੇ ਵਿੱਚ ਪਹੁੰਚ ਚੁੱਕੀ ਸੀ, ਜਿਨ੍ਹਾਂ ਨੇ ਸਾਰਾ ਉਸ ਵੇਲੇ ਮੌਕਾ ਵੇਖਿਆ, ਮੌਕੇ ਨੂੰ ਸਮਝਿਆ ਤੇ ਕਾਰਵਾਈ ਕਰਨੀ, ਲਿਖਤ ਪੜ੍ਹ ਕਰਨੀ ਸ਼ੁਰੂ ਕੀਤੀ। ਇਹ ਸਨ ਸਿੰਘ ਸਾਹਿਬ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ, ਇਹ ਸੇਵਾ ਨਿਭਾਈ। ਤੇ ਹੁਣ ਆਪ ਜੀ ਅੱਗੇ ਉਹਨਾਂ ਨਾਲ, ਪੁਲਿਸ ਵਾਲਿਆਂ ਨਾਲ ਕੰਟੈਕਟ ਕਰ ਰਹੇ ਹੋ ਕਿਸ ਤਰ੍ਹਾਂ ਦਾ, ਕਿ ਉਹਨਾਂ ਨੇ ਤੁਹਾਨੂੰ ਕੀ ਕਿਹਾ ਹੈ, ਉਸ ਬਾਰੇ ਤੁਸੀਂ ਕੀ ਜਾਣਕਾਰੀ ਦੇਣਾ ਚਾਹੋਗੇ? ਪੁਲਿਸ ਵਾਲੇ ਸਾਨੂੰ 2-4 ਘੰਟੇ ਬਾਅਦ ਫੋਨ ਲਾ ਕੇ ਪਤਾ ਕਰ ਰਹੇ ਆ ਬਈ ਠੀਕ ਠਾਕ ਆ ਸਭ ਕੁਝ। ਔਰ ਪੁਲਿਸ ਵਾਲੇ ਵੀ ਗੱਡੀਆਂ ਦੇ ਵਿੱਚ ਗੇੜੇ ਦੋਨਾਂ ਗੁਰੂ ਘਰਾਂ ਵਿੱਚ ਮਾਰ ਰਹੇ ਆ, ਬਹੁਤ ਸਾਡੀ ਦੇਖਭਾਲ ਕਰ ਰਹੇ ਆ ਔਰ ਸੰਗਤ ਦੀ ਵੀ ਦੇਖਭਾਲ ਕਰ ਰਹੇ ਆ। ਔਰ ਸਾਨੂੰ ਪੁਲਿਸ ਵੱਲੋਂ ਔਰ ਅੰਬੈਸੀ ਵੱਲੋਂ ਬਹੁਤ ਹੀ ਵਧੀਆ ਸਹਿਯੋਗ ਮਿਲ ਰਿਹਾ ਜੀ। ਇਹਨਾਂ ਅੰਬੈਸੀ ਦੀ ਗੱਲ ਕੀਤੀ, ਨਾਲ ਪੁਲਿਸ ਵੱਲੋਂ ਸਹਿਯੋਗ ਦੀ ਗੱਲ ਕੀਤੀ। ਮੈਂ ਇਹ ਗੱਲ ਜ਼ਰੂਰੀ ਦੱਸਣਾ ਚਾਹੁੰਦਾ ਹਾਂ, ਇੱਥੋਂ ਦੇ ਜੋ ਅੰਬੈਸੀ ਦੇ ਅੰਬੈਸਡਰ ਨੇ, ਉਹਨਾਂ ਨੇ ਕੱਲ੍ਹ ਵੀ
ਇੱਥੇ ਆਪਣੇ 2 ਕੌਂਸਲਰ ਭੇਜੇ ਸਨ ਮੌਕਾ ਵੇਖਣ ਵਾਸਤੇ। ਦੂਸਰੇ ਗੁਰੂ ਘਰ ਵੀ, ਇਸ ਗੁਰੂ ਘਰ ਵੀ ਉਹ ਦੋਵੇਂ ਕੌਂਸਲਰ ਆਏ, ਉਹਨਾਂ ਮੌਕਾ ਵੇਖਿਆ। ਕੱਲ ਸੰਡੇ ਦਾ ਦਿਨ ਹੀ, ਪਰ ਫਿਰ ਵੀ ਉਸ ਅੰਬੈਸਡਰ ਨੇ ਉਸੇ ਵੇਲੇ ਉਹਨਾਂ ਨੂੰ ਕੌਂਸਲਰਾਂ ਨੂੰ ਭੇਜਿਆ, ਮੌਕਾ ਵੇਖਿਆ ਉਹਨੇ, ਦੋਵੇਂ ਗੁਰੂ ਘਰਾਂ ਦਾ ਮੌਕਾ ਵੇਖਿਆ। ਅੱਜ ਆਪ ਕੁਛ 10 ਵਜੇ ਦੇ ਕਰੀਬ, 10-11 ਵਜੇ ਦੇ ਕਰੀਬ ਅੰਬੈਸਡਰ ਨਾਲ ਆਪਣੇ ਕੌਂਸਲਰ ਲੈ ਕੇ ਹੋਰ ਵੀ ਮੌਕਾ ਵੇਖਣ ਖੁਦ ਆਇਆ, ਜਿਸ ਨੂੰ ਕਿ ਧਰਮਿੰਦਰ ਸਿੰਘ ਨਾਂ ਦੇ ਜੋ ਇੱਥੇ ਵਿਅਕਤੀ ਰਹਿੰਦੇ ਹਨ, ਜਿਨ੍ਹਾਂ ਦੀ ਇੱਥੇ ਦੋ ਮਾਰਕੀਟ ਹਨ, ਇੰਡੀਅਨ ਮਾਰਕੀਟ, ਇੱਕ ਕਾਤੋਸੂਲੀ ਹੈ ਤੇ ਇੱਕ ਮਾਰਾਥੋਨ, ਜੋ ਕਿ ਦੋਵਾਂ ਗੁਰੂ ਘਰਾਂ ਦੇ ਥੋੜੀਆਂ ਨਜ਼ਦੀਕ ਹਨ। ਉਹਨਾਂ ਨੇ ਉਸੇ ਵੇਲੇ ਫੋਨ ਕੀਤਾ ਤੇ ਉਸੇ ਵੇਲੇ ਅੰਬੈਸਡਰ ਨੇ ਉੱਥੋਂ 2 ਆਪਣੇ ਕਰਿੰਦੇ ਭੇਜੇ, 2 ਬੰਦੇ ਭੇਜੇ ਕਾਰਵਾਈ ਵੇਖਣ ਵਾਸਤੇ। ਉਹਨਾਂ ਨੇ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ। ਇਹ ਸਿੰਘ ਦੱਸ ਰਹੇ ਹਨ ਹਰ ਕੋਈ ਸਹਿਯੋਗ ਕਰ ਰਿਹਾ ਹੈ, ਪੁਲਿਸ ਵਾਲੇ ਵੀ ਇਹਨਾਂ ਦਾ ਹੁਣ ਸਹਿਯੋਗ ਕਰ ਰਹੇ ਹਨ ਤੇ ਦੱਸ ਰਹੇ ਹਨ ਪੁਲਿਸ ਵਾਲਿਆਂ ਨੇ ਇਹ ਸਿਕਿਉਰਿਟੀ ਇਸ ਤਰ੍ਹਾਂ ਨਾਲ ਦਿੱਤੀ ਹੈ ਕਿ ਉਹ ਗੇੜੇ ਲਾ ਰਹੇ ਹਨ, ਨਿਗਰਾਨੀ ਰੱਖ ਰਹੇ ਹਨ, ਪਰ ਉਹ ਬਿਲਕੁਲ ਉੱਥੇ ਰੋਕ ਕੇ ਉੱਥੇ ਖਲੋ ਕੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਰ ਰਹੇ, ਪਰ ਚੈਕਿੰਗ ਕਰ ਰਹੇ ਹਨ ਜਾਂਦੇ ਆਉਂਦਿਆਂ ਦੀ। ਹੁਣ ਤੁਹਾਨੂੰ ਦੂਸਰੇ ਭਾਈ ਸਾਹਿਬ ਨੂੰ ਮਿਲਾਵਾਂਗੇ, ਦੂਸਰੇ ਭਾਈ ਸਾਹਿਬ ਕੋਲ ਜਾਂਦੇ ਹਨ। ਇਹ ਉਸ ਵੇਲੇ ਗੁਰੂ ਘਰ ਦੇ ਗ੍ਰੰਥੀ ਸਿੰਘ ਨੇ ਜੋ ਉਹਨਾਂ ਦੇ ਨਾਲ ਵਿਸ਼ਰਾਮ ਕਰ ਰਹੇ ਸੀਗੇ। ਇਹ ਇੱਥੇ ਹੀ ਬਾਹਰ ਜੌਬ ਕਰਦੇ ਹਨ ਤੇ ਇੱਥੇ ਸੇਵਾ ਨਿਭਾਉਂਦੇ ਹਨ, ਨਾਈਟ ਇੱਥੇ ਆ ਜਾਂਦੇ ਹਨ। ਗੁਰੂ ਘਰ ਦੀ ਸੇਫਟੀ ਵਾਸਤੇ, ਬਾਬਾ ਜੀ ਦੀ ਸੇਫਟੀ ਵਾਸਤੇ ਇਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਸ਼ੁਭ ਨਾਮ ਜੀ? ਸੁਭਾਸ਼ ਕੁਮਾਰ ਹੈ ਜੀ। ਸੁਭਾਸ਼ ਕੁਮਾਰ। ਸੋ ਸੁਭਾਸ਼ ਕੁਮਾਰ ਜੀ, ਜਿਸ ਤਰ੍ਹਾਂ ਪਹਿਲਾਂ ਬਾਬਾ ਜੀ ਦੱਸ ਚੁੱਕੇ ਹਨ, ਗ੍ਰੰਥੀ ਸਿੰਘ ਦੱਸ ਚੁੱਕੇ ਹਨ ਕਿ ਜਿਸ ਵੇਲੇ ਤੁਸੀਂ ਉਸ ਵੇਲੇ ਪਹਿਲੋਂ ਗ੍ਰੰਥੀ ਸਿੰਘ ਉੱਠੇ, ਜਿਨ੍ਹਾਂ ਨੇ ਸੁਣਿਆ ਕਿ ਤੁਸੀਂ ਉੱਠੇ ਜਿਸ ਵੇਲੇ ਖੜਾਕ ਸੁਣਿਆ? ਨਹੀਂ, 2 ਵਜੇ ਦਾ ਟਾਈਮ ਸੀਗਾ ਜੀ, ਜਦੋਂ ਉਹਨਾਂ ਨੇ ਪਹਿਲਾ ਸ਼ੀਸ਼ਾ ਭੰਨਿਆ, ਜਦੋਂ ਖੜਾਕਾ ਹੋਇਆ ਤਾਂ ਮੈਂ ਉਦੋਂ ਇੱਕਦਮ ਉੱਠ ਖੜਿਆ ਔਰ ਉੱਠ ਕੇ ਮੈਂ ਫਟਾਫਟ ਭੱਟ ਸਿੰਘ ਸਾਹਿਬ ਨੂੰ ਉਠਾ ਲਿਆ ਤੋਂ ਨਾਰਦ ਸਿੰਘ ਨੂੰ ਉਠਾ ਲਿਆ। ਮੈਂ ਕਿਹਾ ਵੀ ਆਪਣੇ ਕੋਈ ਗੁਰੂ ਘਰ ਦੇ ਕੋਈ ਸ਼ੀਸ਼ੇ ਭੰਨ ਰਿਹਾ ਹੈ ਤੇ ਅਸੀਂ ਫਟਾਫਟ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਤੇ ਜਾਨੀ ਖੜਾਕਾ ਕਾਫੀ ਹੋ ਰਿਹਾ ਸੀਗਾ। ਅਸੀਂ ਸਮਝੋ ਕਿਤੇ ਜ਼ਿਆਦਾ ਬੰਦੇ ਨਾ ਹੋਣ, ਇਹਨਾਂ ਨੂੰ ਕੋਈ ਸਾਡੇ ਕੋਈ ਬ੍ਰਸ਼ਟ ਮਾਰ ਦੇ ਜਾਂ ਕੋਈ ਸਾਡੇ ਚੀਜ਼ ਮਾਰ ਦੇਣ। ਅਸੀਂ ਵੀ ਨਾਲ ਦੇ ਸਾਡੇ ਥੋੜੇ ਨੇੜੇ ਰਹਿ ਰਹੇ ਆ ਦੋਸਤ ਸਾਡੇ, ਉਹਨਾਂ ਨੇ ਫੋਨ ਕੀਤਾ ਫਟਾਫਟ ਦੇਖੋ ਵੀ ਬਾਹਰ ਗੁਰੂ ਘਰ ਦੇ ਕਿੰਨੇ ਕੁ ਬੰਦੇ ਆ, ਤੇ ਉਹਨਾਂ ਨੇ ਦੱਸਿਆ ਵੀ ਕੋਈ ਗੱਡੀ ਖੜੀ ਆ ਤੇ ਕੁਝ ਬੰਦੇ ਹੈਗੇ ਬਾਹਰ। ਇਸ ਕਰਕੇ ਅਸੀਂ ਥੋੜਾ ਬਾਹਰ ਨਹੀਂ ਨਿਕਲੇ ਤੇ ਜਿੱਦਾਂ ਹੀ ਗੱਡੀ ਸਟਾਰਟ ਹੋਈ ਤਾਂ ਉਹ ਭੱਜ ਗਏ ਤਾਂ ਅਸੀਂ ਫਿਰ ਬਾਹਰ ਨਿਕਲ ਕੇ ਦੇਖਿਆ। ਹਾਂਜੀ, ਵੇਖੋ ਕਿਸ ਤਰ੍ਹਾਂ ਦੀਆਂ ਪ੍ਰੋਬਲਮ ਦਾ, ਕਿਸ ਤਰ੍ਹਾਂ ਦੀ ਮੁਸ਼ਕਲਾਂ ਦਾ ਸਾਹਮਣਾ ਪ੍ਰਦੇਸ਼ਾਂ ਦੇ ਵਿੱਚ ਕਰਨਾ ਪੈ ਰਿਹਾ ਹੈ ਸਿੱਖਾਂ ਨੂੰ। ਕਠਿਨ ਮਿਹਨਤ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਚੈਨ ਦੇ ਨਾਲ ਨਹੀਂ ਰਹਿਣ ਦਿੱਤਾ ਜਾ ਰਿਹਾ। ਦੇਖੋ ਕਿ ਜੇਕਰ ਉਹ ਉਸ ਸਮੇਂ ਉੱਪਰ ਆ ਜਾਂਦੇ ਤੇ ਉਹਨਾਂ ਦਾ ਵੀ ਕੋਈ ਨੁਕਸਾਨ ਹੋ ਸਕਦਾ ਸੀ। ਗੁਰੂ ਘਰ ਦਾ ਉਹਨਾਂ ਨੇ ਨੁਕਸਾਨ ਕੀਤਾ। ਹੁਣ ਆਪ ਜੀ ਨੂੰ 2 ਹੋਰ ਮੁੰਡੇ ਇੱਥੇ ਜੋ ਪਹੁੰਚੇ ਹਨ, ਇਹਨਾਂ ਨੂੰ ਵੀ ਇਸ ਕਾਰਵਾਈ ਦਾ ਪਤਾ ਲੱਗਾ ਤੇ ਉਹਨਾਂ ਨੇ ਕੀ ਕਾਰਵਾਈ ਕੀਤੀ, ਉਹਨਾਂ ਦੇ ਨਾਲ ਤੁਹਾਨੂੰ ਮਿਲਾਉਂਦੇ ਹਾਂ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਸ਼ੁਭ ਨਾਮ ਜੀ? ਮੇਰਾ ਨਾਮ ਸਰਬਜੀਤ ਸਿੰਘ ਹੈ। ਸਰਬਜੀਤ ਸਿੰਘ ਜੀ, ਜਦੋਂ ਤੁਹਾਨੂੰ ਵੀ ਇਸ ਕਾਰਵਾਈਆਂ ਦਾ ਪਤਾ ਲੱਗਾ ਵੀ ਗੁਰੂ ਘਰਾਂ ਦੇ ਵਿੱਚ ਅਟੈਕ ਹੋਇਆ ਤੇ ਕਿਸ ਤਰ੍ਹਾਂ ਦਾ ਇੱਕ ਦਿਲ ਨੂੰ ਦਹਿਕਾਉਣ ਵਾਲਾ ਇਹ ਸੀਨ ਜੋ ਸਾਹਮਣੇ ਆਇਆ, ਹਾਦਸਾ ਸਾਹਮਣੇ ਆਇਆ, ਕਿਸ ਤਰ੍ਹਾਂ ਦਾ ਤੁਸੀਂ ਮਹਿਸੂਸ ਕੀਤਾ? ਇਹ ਸਾਨੂੰ ਜੀ ਅਗਲੇ ਦਿਨ ਪਤਾ ਲੱਗਾ 9 ਵਜੇ ਦੇ ਏੜ-ਗੇੜ। ਸਾਡਾ ਦਿਲ ਨੂੰ ਬਹੁਤ ਹੀ ਸੱਟ ਵੱਜੀ, ਕਿਉਂਕਿ ਅਸੀਂ ਪ੍ਰਦੇਸ਼ਾਂ ਵਿੱਚ ਰਹਿੰਦੇ ਹਾਂ, ਪਰ ਫਿਰ ਵੀ ਸਾਨੂੰ ਇੱਥੇ ਸਹੀ ਤਰੀਕੇ ਨਾਲ ਨਹੀਂ ਰਹਿਣ ਦਿੱਤੇ ਜਾ ਰਹੇ। ਇਹਨਾਂ ਨੂੰ ਨਹੀਂ ਪਤਾ ਕਿ ਅਸੀਂ ਸਿੰਘ ਹਾਂ, ਇਸ ਕਰਕੇ ਜੀ ਇੱਕ ਹੋਰ ਪ੍ਰੋਬਲਮ ਬੜੀ ਕ੍ਰੀਏਟ ਹੋ ਰਹੀ ਹੈ ਪ੍ਰਦੇਸ਼ਾਂ ਦੇ ਵਿੱਚ ਹਰ ਪਾਸੇ। ਇਹ ਸਾਡੀ ਟਰਬਨ ਨੂੰ, ਸਾਡੀ ਪੱਗ ਨੂੰ, ਮੁਸਲਮਾਨਾਂ ਦੀ ਪੱਗ ਦੇ ਵਿੱਚ ਕੋਈ ਡਿਫਰੈਂਟ ਨਹੀਂ ਸਮਝਦੇ। ਇਹ ਸਾਨੂੰ ਵੀ ਮੁਸਲਮਾਨਾਂ ਦਾ ਸਮਝ ਕੇ ਸਾਡੇ ਉੱਤੇ ਹਮਲਾਵਰ ਹੋ ਸਕਦੇ ਹੁੰਦੇ ਨੇ, ਕਰਦੇ ਨੇ, ਹਮਲਾ ਕਰਦੇ ਹਨ। ਕੋਈ ਵੀ ਕਿਸੇ ਵੀ ਧਰਮ ਦੇ ਵਿਅਕਤੀ ਦੇ ਹਮਲਾ ਕਰਨਾ ਬਹੁਤ ਹੀ ਬੁਰੀ ਗੱਲ ਹੈ। ਸਾਰੇ ਆਪਣੇ ਘਰ-ਬਾਰ ਛੱਡ ਕੇ, ਕੋਈ ਪਾਕਿਸਤਾਨ ਤੋਂ ਆਇਆ ਹੈ, ਕੋਈ ਹਿੰਦੁਸਤਾਨ ਤੋਂ ਆਇਆ ਹੈ, ਕੋਈ ਬੰਗਲਾਦੇਸ਼ ਤੋਂ ਹੈ, ਕੋਈ ਸ਼੍ਰੀਲੰਕਾ ਤੋਂ ਹੈ, ਜਿੰਨੇ ਵੀ ਬਾਹਰਲੇ ਮੁਲਕਾਂ ਵਾਲੇ ਹਨ ਉਹ ਸਾਰੇ ਦੇਸ਼ਾਂ ਦੇ ਵਿੱਚੋਂ ਆਪਣੇ ਪ੍ਰਦੇਸ਼ਾਂ ਦੇ ਵਿੱਚ ਜਾ ਕੇ ਉਹ ਆਪਣਾ ਕਾਰੋਬਾਰ ਕਮਾਈ ਕਰ ਰਹੇ ਹਨ, ਪਰ ਕਿਸੇ ਨੂੰ ਸਕੂਨ ਨਹੀਂ ਦਿੱਤਾ ਜਾ ਰਿਹਾ। ਹੁਣ ਦੂਸਰੇ ਸਿੰਘ ਨਾਲ, ਦੂਸਰੇ ਭਾਈ ਸਾਹਿਬ ਨਾਲ ਗੱਲ ਕਰਾਈ ਜਾਏਗੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਜੀ ਦਾ ਸ਼ੁਭ ਨਾਮ ਜੀ? ਵਾਹਿਗੁਰੂ। ਗੁਰਜੀਤ ਸਿੰਘ ਜੀ, ਮੈਨੂੰ ਇੰਨੀ ਗੱਲ ਦਾ ਪਤਾ ਲੱਗਾ, ਨਾਲੇ ਵਾਹਿਗੁਰੂ ਜੀ ਇੱਕ ਗੱਲ ਦਾ ਪਤਾ ਲੱਗਾ, ਇਹ ਦੋਵੇਂ ਜੋ ਲੜਕੇ ਹਨ, ਦੋਵੇਂ ਜੋ ਸਿੰਘ ਹਨ, ਇਹਨਾਂ ਨੇ ਕੀ ਕੀਤਾ, ਜਦੋਂ ਸਮਾਂ ਪਤਾ ਲੱਗਾ ਵੀ ਆਹ ਸਮਾਂ ਵਾਪਰਿਆ, ਅੱਜ ਦੇ ਦਿਨ ਦੇ ਵਿੱਚ ਇਹਨਾਂ ਨੇ ਆਪਣੀ ਦਿਨ ਦੀ ਡਿਊਟੀ ਲਾਈ ਆ, ਅੱਧਾ ਟਾਈਮ ਲਾਇਆ, ਉਸ ਤੋਂ ਬਾਅਦ ਛੁੱਟੀ ਕਰ ਲਈ। ਕਹਿੰਦੇ ਸਾਡਾ ਇਹ ਦਿਲ ਇੰਨਾ ਕਿ ਦਹਿਕਿਆ ਹੋਇਆ ਆ, ਇੰਨੇ ਕਿ ਅਸੀਂ ਡਰੇ ਹੋਏ ਆ, ਸਾਡੇ ਦਿਲ ਨੂੰ ਸੱਟ ਵੱਜੀ ਕਿ ਸਾਡਾ ਕੰਮ ਕਰਨ ਨੂੰ ਰੂਹ ਨਹੀਂ ਕਰਦਾ। ਜੀ ਤੁਸੀਂ ਕਿੱਦਾਂ ਦਾ ਮਹਿਸੂਸ ਕਰ ਰਹੇ ਜੀ? ਜੀ ਬਹੁਤ ਬੁਰਾ ਫੀਲ ਹੋ ਰਿਹਾ ਜੀ, ਜੋ ਹੋਇਆ ਸਾਡੇ ਗੁਰੂ ਘਰ ਨਾਲ। ਅੱਛਾ ਜੀ,
ਤੇ ਤੁਸੀਂ ਕੋਈ ਸੁਝਾਅ ਦੇਣਾ ਚਾਹੋਗੇ ਆਪਣਾ ਸਿੱਖ ਕੌਮ ਨੂੰ ਵੀ ਸਿੱਖ ਕੌਮ ਨੂੰ ਕੀ ਕਰਨਾ ਚਾਹੀਦਾ ਇਸ ਬਾਰੇ ਵਿੱਚ? ਮੈਂ ਜੀ ਇਹੀ ਕਹਿਣਾ ਚਾਹੁੰਦਾ ਹਾਂ, ਸਾਰੇ ਜਾਣੇ ਰਲ ਕੇ ਇਸ ਪ੍ਰੋਬਲਮ ਦਾ ਹੱਲ ਲੱਭੀ। ਜੀ ਵਾਹਿਗੁਰੂ। ਸਾਰੇ ਇਹੋ ਚਾਹੁੰਦੇ ਹਨ ਕਿ ਇਸ ਪ੍ਰੋਬਲਮ ਦਾ ਜੋ ਹਾਦਸਾ ਵਾਪਰਿਆ ਇਹਦਾ ਕੋਈ ਹੱਲ ਕੱਢਿਆ ਜਾਏ। ਪੁਲਿਸ ਵਾਲਿਆਂ ਨਾਲ ਰਲ ਮਿਲ ਕੇ ਗੱਲਬਾਤ ਕਰ ਰਹੇ, ਕਹਿੰਦੇ ਹਨ ਵੀ ਉਹ ਪੁਲਿਸ ਵਾਲੇ ਇੱਥੇ ਰੌਂਡ ਕੱਟ ਰਹੇ ਹਨ ਜਿਹੜੇ ਸਿਵਲ ਵਰਦੀ ਵਿੱਚ ਹਨ, ਤੇ ਉਹਨਾਂ ਨੇ ਸਿਵਲ ਵਰਦੀ ਵਿੱਚ ਛਾਣਬੀਣ ਕਰਦੇ ਹਨ। ਜਿਹੜੇ ਇੱਕ ਜ਼ਰੂਰੀ ਗੱਲ ਦੱਸਣੀ ਮੈਂ ਭੁੱਲ ਹੀ ਗਿਆ, ਜ਼ਰੂਰੀ ਗੱਲ, ਜਿਹੜੇ ਦੂਸਰੇ ਗੁਰੂ ਘਰ ਦੇ ਵਿੱਚ CCTV ਕੈਮਰੇ ਲੱਗੇ ਹਨ ਉਹਨਾਂ ਦੇ ਵਿੱਚ ਉਹਨਾਂ ਨੂੰ ਜਦੋਂ ਚੈੱਕ ਕੀਤਾ ਗਿਆ ਉਸ ਸਮੇਂ ਦਾ ਸਮਾਂ ਆਇਆ, ਪਰ ਉਸ ਵਿੱਚ ਇੱਕ ਬਲੈਕ ਕਲਰ ਦਾ ਟੋਇਟਾ ਜੋ ਜੀਪ ਦੀ ਪ੍ਰਕਾਰ ਦਾ ਉਹ ਸ਼ੋਅ ਹੋ ਰਿਹਾ ਸੀ। ਉਹ ਸ਼ੋਅ ਹੋਇਆ ਉੱਥੇ ਗੁਰੂ ਘਰ ਦੇ ਵਿੱਚ ਇੱਕ ਜਗ੍ਹਾ ਹੈ, ਆਪ ਜੀ ਨੂੰ ਬਾਅਦ ਵਿੱਚ ਉਹ ਵੀ ਦਿਖਾਈ ਜਾਏਗੀ। ਉੱਥੇ ਕੋਈ ਗਰੀਸ ਦਾ ਮੈਨ ਉਹ ਉੱਥੇ ਆਪਣੀ ਪਾਰਕ ਕਰਦਾ ਹੈ ਬੱਸ। ਉਹ ਜਿਸ ਜਗ੍ਹਾ ਦੇ ਉੱਤੇ ਪਾਰਕ ਕਰਦਾ ਉਹਦੇ ਬਿਲਕੁਲ ਫਰੰਟ ਦੇ ਉੱਤੇ ਇੱਕ ਸ਼ੀਸ਼ਾ ਹੈ ਜੋ ਗਲਾਸ ਹੈ। ਉਹ ਸ਼ੀਸ਼ੇ ਨੂੰ ਤੇ ਬੱਸ ਨੂੰ ਕੋਈ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ, ਕੋਈ ਗੋਲੀ ਨਹੀਂ ਚਲਾਈ ਗਈ, ਬਾਕੀ ਸਾਰਿਆਂ ਨੂੰ ਚਲਾਈ ਗਈ। ਕੈਮਰੇ ਦੇ ਵਿੱਚ ਸਿਰਫ ਇੰਨਾ ਸ਼ੋਅ ਹੁੰਦਾ ਵੀ ਇੱਕ ਬਲੈਕ ਕਲਰ ਦਾ ਟੋਇਟਾ ਜਿਹੜਾ ਪਹਿਲਾਂ ਅੱਗੇ ਗਿਆ, ਅੱਗੇ ਜਾ ਕੇ ਬੱਸ ਦਾ ਸਹਾਰਾ ਲੈ ਕੇ ਉਹਨਾਂ ਦੀ ਰਾਈਫਲ ਆ, ਕੋਈ ਚੀਜ਼ ਆ ਉਹਨਾਂ ਕੋਲ, ਕਿਸੇ ਤਰ੍ਹਾਂ ਦਾ ਵੈਪਨ ਆ, ਉਹਨੂੰ ਲੋਡ ਕੀਤਾ। ਥੋੜ੍ਹੇ ਜਿਹੇ ਬੈਕ ਆ ਕੇ ਉਹਨਾਂ ਨੇ ਫਾਇਰ ਕਰਕੇ ਉਹਨੂੰ ਬਹੁਤ ਤੇਜ਼ੀ ਨਾਲ ਮੁੜ ਕੇ ਉਹਨੂੰ ਜੋ ਟੋਇਟਾ ਉੱਥੋਂ ਨਿਕਲ ਗਿਆ, ਬਹੁਤ ਤੇਜ਼ੀ ਨਾਲ ਨਿਕਲ ਗਿਆ। ਉਪਰੰਤ ਜੋ ਕਾਰਵਾਈ ਹੋਈ ਉਹ ਆਪ ਜੀ ਨੂੰ ਸਾਰਿਆਂ ਸਿੰਘਾਂ ਇਸ ਗੁਰੂ ਘਰ ਦੇ ਵਿੱਚ ਜੋ ਕਾਰਵਾਈ ਬੀਤੀ, ਜੋ ਹਮਲਾ ਹੋਇਆ ਉਹ ਆਪ ਜੀ ਨੂੰ ਗੁਰੂ ਘਰ ਦੇ ਗ੍ਰੰਥੀ ਸਿੰਘਾਂ ਨੇ, ਹੋਰ ਪ੍ਰਬੰਧਕ ਮੈਂਬਰਾਂ ਨੇ ਸਭ ਕੁਝ ਤੁਹਾਨੂੰ ਦੱਸਿਆ ਹੈ। ਇੱਕ ਸਿੰਘ ਕੁਝ ਸਮੇਂ ਵਾਸਤੇ ਆਪ ਜੀ ਨੂੰ ਹੋਰ ਕੋਈ ਜਾਣਕਾਰੀ ਦੇਣਾ ਚਾਹ ਰਿਹਾ, ਆਪ ਜੀ ਨੂੰ ਉਹਨਾਂ ਦੇ ਵੱਲ ਲੈ ਜਾਂਦੇ ਹਾਂ। ਵਾਹਿ ਖਾਲਸਾ ਵਾਹਿ ਫਤਿਹ। ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ। 2 ਵਜੇ ਜਦੋਂ ਅਸੀਂ ਉੱਠੇ ਹਾਂ ਤੇ ਉਹ ਉਹਨਾਂ ਨੇ ਸ਼ੀਸ਼ੇ ਭੰਨਣ ਤੋਂ ਉਪਰੰਤ ਅਸੀਂ ਦੇਖਿਆ ਵੀ ਕੋਈ ਗੱਡੀਆਂ ਭੱਜ ਗਏ ਨੇ। ਅਸੀਂ ਉੱਠਦੇ ਸਾਰੇ ਗੁਰੂ ਮਹਾਰਾਜ ਜੀ ਦਾ ਸਰੂਪ ਦੇਖਿਆ ਵੀ ਕੋਈ ਇੱਜ਼ਤ ਨਹੀਂ ਨੁਕਸਾਨ ਕੀਤਾ ਉਹਨਾਂ ਨੇ, ਤੇ ਮਹਾਰਾਜ ਜੀ ਦਾ ਸਰੂਪ ਬਿਲਕੁਲ ਠੀਕ ਸੀਗਾ। ਕਿਉਂ ਅਸੀਂ ਸਿੱਖ ਕੌਮ ਸਾਡੀ, ਅਸੀਂ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਪਮਾਨ ਨਹੀਂ ਸਹਿਣ ਸਕਦੇ। ਜਿਹਨਾਂ ਵੀ ਕੀਤਾ ਗੁਰੂ ਮਹਾਰਾਜ ਇਹਨਾਂ ਨੂੰ ਆਪ ਸਜ਼ਾ ਦੇਣਗੇ। ਬਿਲਕੁਲ ਸੋਹਣੀ ਗੱਲ ਕੀਤੀ ਇਹਨਾਂ, ਬਹੁਤ ਸਹੀ ਗੱਲ ਕੀਤੀ ਕਿ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਾਬਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਉਸ ਜਗ੍ਹਾ ਦੇ ਬਿਲਕੁਲ ਸਾਹਮਣੇ ਹੈ ਜਿੱਥੋਂ ਸ਼ੀਸ਼ੇ ਤੋੜੇ ਗਏ। ਉੱਥੋਂ ਜੇ ਸ਼ੀਸ਼ੇ ਤੋੜੇ ਗਏ ਤੇ ਕੁਝ ਕੰਕਰਾਂ ਵੀ ਮਹਾਰਾਜ ਦੇ ਕੋਲ ਆ ਸਕਦੀਆਂ ਸਨ, ਪਰ ਇਹਨਾਂ ਸਿੰਘਾਂ ਨੇ, ਸੇਵਾਦਾਰਾਂ ਨੇ ਚੈੱਕ ਕੀਤਾ ਉਸੇ ਵੇਲੇ ਵੀ ਮਹਾਰਾਜ ਦੇ ਪ੍ਰਕਾਸ਼ ਸਥਾਨ ਤੇ ਕੋਈ ਕਿਸ ਤਰ੍ਹਾਂ ਦੀਆਂ ਕੰਕਰਾਂ, ਕਿਸ ਤਰ੍ਹਾਂ ਦਾ ਨੁਕਸਾਨ, ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਕਿਸੇ ਸਰੂਪ ਦੇ ਉੱਤੇ ਨੁਕਸਾਨ, ਕੋਈ ਹੋਰ ਮਹਾਰਾਜ ਜੀ ਦਾ ਨੁਕਸਾਨ ਹੋਇਆ। ਸਭ ਤੋਂ ਪਹਿਲਾਂ ਇਹਨਾਂ ਨੇ ਉਹ ਚੈੱਕ ਕੀਤਾ, ਮਹਾਰਾਜ ਦਾ ਕੋਟਨ ਕੋਟ ਸ਼ੁਕਰ ਅਦਾ ਕੀਤਾ ਵੀ ਮਹਾਰਾਜ ਜੀ ਆਪ ਜੀ ਨੇ ਫਿਰ ਵੀ ਸਾਰਿਆਂ ਨੂੰ ਹੱਥ ਦੇ ਕੇ ਰੱਖਿਆ। ਕੋਈ ਉਸ ਵੇਲੇ ਇੱਥੇ ਕਮਰੇ ਦੇ ਵਿੱਚ ਦੀਵਾਨ ਹਾਲ ਦੇ ਵਿੱਚ ਮੌਜੂਦ ਨਹੀਂ। ਹੁਣ ਮੇਰੀ ਇੰਨੀ ਕੁ ਹਾਜ਼ਰੀ ਪ੍ਰਵਾਨ ਕਰਨੀ, ਹੋਈਆਂ ਭੁਲਾਂ ਦੀ ਮਾਫ ਕਰਨੀ। ਸਾਰੀ ਸੰਗਤ ਵੱਲੋਂ ਖਿਮਾ ਦਾ ਜਾਚਕ ਹਾਂ। ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।